ਕੈਨੇਡਾ ਇਸ ਵੇਲੇ 17ਵੇਂ ਨੰਬਰ ਤੇ ਆ, ਇੰਡੀਆ ਚੌਥੇ ਨੰਬਰ ਦੇ ਉੱਤੇ ਆ। ਸਭ ਤੋਂ ਪਹਿਲਾਂ USA ਆ, ਫਿਰ ਬ੍ਰਾਜ਼ੀਲ ਆ, ਫਿਰ ਰਸ਼ੀਆ ਹੈ। USA ਵਿੱਚ ਇਹ ਅੰਕੜਾ ਜਿਹੜਾ ਆ ਅਜੇ ਤੱਕ ਓਨਾ ਜ਼ਿਆਦਾ ਨਹੀਂ ਘਟਿਆ ਜਿੰਨਾ ਘਟਣਾ ਚਾਹੀਦਾ ਸੀ। 35-40 ਹਜ਼ਾਰ ਦੇ ਕਰੀਬ ਰੋਜ਼ ਜਿਹੜੇ ਨਵੇਂ ਮਰੀਜ਼ ਆਉਂਦੇ ਸੀ, ਅਜੇ ਵੀ 20-25 ਹਜ਼ਾਰ ਰੋਜ਼ ਆ ਰਹੇ ਆ। ਸੋ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਤੁਸੀਂ ਕਿ ਮੌਤਾਂ ਦੇ ਵਿੱਚ ਭਾਵੇਂ ਕਮੀ ਆਈ ਹੈ, ਪਰ ਟੋਟਲ ਜਿਹੜੇ ਨਵੇਂ ਕੇਸ ਰੋਜ਼ ਆ ਰਹੇ ਆ ਉਹ ਉਨੀ ਤੇਜ਼ੀ ਦੇ ਨਾਲ ਨਹੀਂ ਘਟੇ। ਅਪ੍ਰੈਲ ਦੇ ਸ਼ੁਰੂ ਦੇ ਵਿੱਚ ਜੋ ਹਾਲ ਅਮਰੀਕਾ ਦੇ ਵਿੱਚ ਸੀਗਾ, ਜੇ ਉਦੋਂ 37,000 ਮਰੀਜ਼ ਇੱਕ ਦਿਨ ਦੇ ਵਿੱਚ ਸਾਹਮਣੇ ਆਉਂਦਾ ਸੀ, ਤਾਂ ਅੱਜ ਵੀ ਉੱਥੇ 25,000, 20,000, 27,000 ਮਰੀਜ਼ ਐਵਰੇਜ ਜਿਹੜਾ ਸਾਡੇ ਸਾਹਮਣੇ ਆਉਂਦਾ, ਜਿਹੜੀ ਕਿ ਇੱਕ ਚਿੰਤਾਜਨਕ ਗੱਲ ਹੈ। ਇਹਨਾਂ 2.5 ਮਹੀਨਿਆਂ ਦੇ ਵਿੱਚ 35,000, 37,000 ਜਿਹੜੇ ਇੱਕ ਦਿਨ ਦੇ ਵਿੱਚ ਮਰੀਜ਼ ਆਉਂਦੇ ਸੀ, ਅਸੀਂ 20-22,000 ਤੇ ਪਹੁੰਚੇ ਹਾਂ। ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜੇਕਰ ਇਹਨੇ 0 ਤੇ ਜਾਣਾ ਤਾਂ ਅਜੇ 3 ਮਹੀਨੇ ਹੋਰ ਲੱਗਣੇ। ਰਾਸ਼ਟਰਪਤੀ ਟਰੰਪ ਹੋਣਾ ਦਾ ਅੱਜ ਬਿਆਨ ਵੀ ਆਇਆ, ਉਹ ਕਹਿੰਦੇ ਜੇਕਰ ਅਸੀਂ ਟੈਸਟਿੰਗ ਬੰਦ ਕਰ ਦਈਏ ਤਾਂ ਸਾਡੇ ਕੋਈ ਮਰੀਜ਼ ਜਿਹੜਾ ਆ ਸਾਹਮਣੇ ਨਹੀਂ ਆਊਗਾ। ਕਹਿਣ ਦਾ ਅਰਥ ਕੀ ਆ? ਇਹਦਾ ਇੱਕ ਪੱਖ ਤਾਂ ਇਹ ਹੈ ਕਿ ਇੱਥੇ ਇਨਫੈਕਸ਼ਨ ਹੈ ਹੀ ਬਹੁਤ ਜ਼ਿਆਦਾ, ਇਹ ਕਾਬੂ 'ਚ ਨਹੀਂ ਆ ਰਹੀ। ਦੂਜਾ ਪੱਖ ਇਹਦਾ ਇਹ ਆ ਕਿ ਜਿਹੜਾ ਡਾਟਾ ਤੁਸੀਂ ਦੇਖ ਰਹੇ ਆ ਕਿ 2 ਮਿਲੀਅਨ ਤੋਂ ਜ਼ਿਆਦਾ ਇਨਫੈਕਸ਼ਨਸ ਹੋਈਆਂ, ਤੇ ਇਹ ਵੀ ਗੱਲ ਦੱਸਦੀ ਹੈ ਕਿ ਇੱਥੇ ਇਮਾਨਦਾਰੀ ਦੇ ਨਾਲ ਸਾਰੀ ਗੱਲ ਬਾਹਰ ਵੀ ਆ ਰਹੀ ਹੈ ਕਿ ਅਮਰੀਕਾ ਦੀ ਟੈਸਟਿੰਗ ਬਹੁਤ ਹੋ ਰਹੀ ਆ, ਟੈਸਟਿੰਗ ਐਕੂਰੇਟ ਬਹੁਤ ਹੋ ਰਹੀ ਆ, ਪਰ ਇਸ ਕਰਕੇ ਨੰਬਰ ਜਿਹੜਾ ਆ ਸਾਹਮਣੇ ਆ ਰਿਹਾ। ਬਦਕਿਸਮਤੀ ਇਹ ਆ ਕਿ ਰਸ਼ੀਆ ਤੋਂ ਬਾਅਦ ਚੌਥੇ ਨੰਬਰ ਤੇ ਇੰਡੀਆ ਆ। ਇੰਡੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ 10ਵੇਂ 12ਵੇਂ ਨੰਬਰ ਤੋਂ ਇੱਕਦਮ ਚੌਥੇ ਨੰਬਰ ਦੇ ਉੱਤੇ ਆ ਗਿਆ। 3,43,000 ਉੱਥੇ ਟੋਟਲ ਇਨਫੈਕਸ਼ਨ ਹੋਈ ਆ, 10,000 ਦੇ ਕਰੀਬ 9,915 ਉੱਥੇ ਮੌਤਾਂ ਹੋ ਗਈਆਂ, 1,80,320 ਮਰੀਜ਼ ਜਿਹੜੇ ਉਹ ਰਿਕਵਰ ਹੋਏ ਆ, ਔਰ ਇਸ ਵੇਲੇ 1,52,791 ਮਰੀਜ਼ ਉੱਥੇ ਹੁਣ ਤੱਕ ਐਕਟਿਵ ਨੇ। ਪੰਜਾਬ ਦੇ ਵਿੱਚ ਹਾਲਾਤ ਕਿਹਾ ਜਾ ਸਕਦਾ ਕਿ ਕਾਫੀ ਠੀਕ ਠਾਕ ਆ, ਪਰ ਫਿਰ ਵੀ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਉੱਥੇ ਗਿਣਤੀ ਵੱਧ ਰਹੀ ਹੈ। ਇਸੇ ਕਰਕੇ ਉਹਨਾਂ ਨੇ ਵੀਕਐਂਡ ਦੇ ਉੱਤੇ ਜਿਹੜਾ ਲੋਕਡਾਊਨ ਆ ਉਹਨੂੰ ਕਰ ਦਿੱਤਾ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਕੁਝ ਖਬਰਾਂ, ਕੁਝ ਕੋਵਿਡ-19 ਦੀਆਂ ਅਪਡੇਟਸ, ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ, ਤੇ ਉਹਦੇ ਤੋਂ ਬਾਅਦ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਗੱਲਬਾਤ। ਅੱਜ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਅਸੀਂ ਖਾਸ ਗੱਲਬਾਤ ਕਰਨੀ, ਜਿੱਥੇ ਕੋਵਿਡ-19 ਬਾਰੇ ਉਹਨਾਂ ਕੋਲ ਅਪਡੇਟ ਲਵਾਂਗੇ। ਉੱਥੇ ਬਲੱਡ ਪ੍ਰੈਸ਼ਰ ਬਾਰੇ ਅਸੀਂ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਵੀਕ ਦੇ ਵਿੱਚ ਗੱਲਬਾਤ ਕੀਤੀ ਆ। ਅੱਜ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਨੀ ਹੈ ਕਿ ਬਲੱਡ ਪ੍ਰੈਸ਼ਰ ਜਿਸ ਵਿਅਕਤੀ ਨੂੰ ਰਹਿੰਦਾ, ਉਹਨੂੰ ਖਾਣੇ ਦੇ ਵਿੱਚ ਕੀ ਸੁਧਾਰ ਕਰਨਾ ਚਾਹੀਦਾ, ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ, ਕੀ ਇਹਦਾ ਕੋਈ ਦੇਸੀ ਇਲਾਜ ਵੀ ਹੁੰਦਾ। ਆਮ ਤੌਰ 'ਤੇ ਲੋਕ ਕਹਿੰਦੇ ਆ ਕਿ ਇਹਦੀ ਗੋਲੀ ਇੱਕ ਵਾਰੀ ਲੱਗ ਜਾਵੇ ਹਟਦੀ ਨਹੀਂ, ਉਹਦੇ ਤੋਂ ਕਿੱਦਾਂ ਬਚਿਆ ਜਾ ਸਕਦਾ। ਇਹ ਤੋਂ ਪਹਿਲਾਂ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ, ਇਸ ਵੇਲੇ ਕੋਵਿਡ-19 ਦੀ ਦੁਨੀਆ ਦੇ ਵਿੱਚ ਕੀ ਹਾਲਤ ਆ? ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਘਟ ਰਿਹਾ, ਅਮਰੀਕਾ ਦੇ ਵਿੱਚ ਇਹ ਅਜੇ ਨਹੀਂ ਘਟ ਰਿਹਾ। ਹੁਣੇ ਤੁਹਾਡੇ ਨਾਲ ਅੰਕੜੇ ਸਾਂਝੇ ਕਰਾਂਗੇ ਅਸੀਂ ਅਮਰੀਕਾ ਦੇ, ਘੱਟੋ ਘੱਟ ਜਿਹੜੇ ਸਾਡੇ 5 ਦੇਸ਼ ਨੇ, 4 ਪਹਿਲੇ ਦੇਸ਼ ਆ, ਉਹਨਾਂ ਦੇ ਤੁਹਾਡੇ ਨਾਲ ਅੰਕੜੇ ਸਾਂਝੇ ਕਰਾਂਗੇ। ਤੇ ਕੈਨੇਡਾ ਦੇ, ਕੈਨੇਡਾ ਇਸ ਵੇਲੇ 17ਵੇਂ ਨੰਬਰ ਤੇ ਆ, ਇੰਡੀਆ ਚੌਥੇ ਨੰਬਰ ਦੇ ਉੱਤੇ ਆ। ਸਭ ਤੋਂ ਪਹਿਲਾਂ USA ਆ, ਫਿਰ ਬ੍ਰਾਜ਼ੀਲ ਆ, ਫਿਰ ਰਸ਼ੀਆ ਆ। USA ਵਿੱਚ ਇਹ ਅੰਕੜਾ ਜਿਹੜਾ ਆ ਅਜੇ ਤੱਕ ਓਨਾ ਜ਼ਿਆਦਾ ਨਹੀਂ ਘਟਿਆ ਜਿੰਨਾ ਘਟਣਾ ਚਾਹੀਦਾ ਸੀ। 35-40 ਹਜ਼ਾਰ ਦੇ ਕਰੀਬ ਰੋਜ਼ ਜਿਹੜੇ ਨਵੇਂ ਮਰੀਜ਼ ਆਉਂਦੇ ਸੀ, ਅਜੇ ਵੀ 20-25 ਹਜ਼ਾਰ ਰੋਜ਼ ਆ ਰਹੇ ਆ। ਸੋ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਤੁਸੀਂ ਕਿ ਮੌਤਾਂ ਦੇ ਵਿੱਚ ਭਾਵੇਂ ਕਮੀ ਆਈ ਹੈ, ਪਰ ਟੋਟਲ ਜਿਹੜੇ ਨਵੇਂ ਕੇਸ ਰੋਜ਼ ਆ ਰਹੇ ਆ ਉਹ ਉਨੀ ਤੇਜ਼ੀ ਦੇ ਨਾਲ ਨਹੀਂ ਘਟੇ ਜਿੰਨੀ ਤੇਜ਼ੀ ਦੇ ਨਾਲ ਘਟਣੇ ਚਾਹੀਦੇ ਆ। ਅਮਰੀਕਾ ਦੀ ਸਥਿਤੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਵੇਲੇ ਸਕਰੀਨ ਦੇ ਉੱਤੇ, ਜਿਹੜੇ ਨੰਬਰ ਤੁਹਾਡੇ ਸਾਹਮਣੇ ਦਿਸ ਰਹੇ ਨੇ। ਟੋਟਲ ਦੋਸਤੋ 21 ਲੱਖ ਜਿਹੜੇ 82,000 ਦੇ ਕਰੀਬ ਟੋਟਲ ਕੇਸਿਸ ਨੇ। 1,18,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਜਿਹੜੇ 8 ਲੱਖ ਤੋਂ ਜ਼ਿਆਦਾ ਲੋਕ ਰਿਕਵਰ ਹੋਏ ਆ, ਔਰ 11 ਲੱਖ ਦੇ ਕਰੀਬ ਜਿਹੜੇ ਆ ਉਹ ਇਸ ਵੇਲੇ ਪੇਸ਼ੈਂਟ ਐਕਟਿਵ ਨੇ। ਮਤਲਬ ਮਿਲੀਅਨ ਤੋਂ ਜ਼ਿਆਦਾ ਲੋਕ ਇਸ ਵੇਲੇ ਇਹਦੇ ਨਾਲ ਲੜ ਰਹੇ ਆ। ਟੋਟਲ 2 ਮਿਲੀਅਨ ਤੋਂ ਉੱਤੇ ਜਿਹੜੀਆਂ ਹੋਈਆਂ ਸੀ, ਔਰ 8,81,000 ਇਹਦੇ ਵਿੱਚੋਂ ਇੱਕ ਵੱਡਾ ਨੰਬਰ ਜਿਹੜਾ ਉਹ ਰਿਕਵਰ ਵੀ ਹੋ ਚੁੱਕਿਆ। ਪਰ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਅਮਰੀਕਾ ਦੇ ਅੰਕੜੇ ਤਾਂ ਭਾਵੇਂ ਤੁਸੀਂ ਦੇਖ ਰਹੇ ਆ, ਪਰ ਰੋਜ਼ ਜਿਹੜੇ ਨਵੇਂ ਕੇਸ ਆ ਰਹੇ ਆ ਉਹਨਾਂ ਦੇ ਵਿੱਚ ਕਮੀ ਜਿੰਨੀ ਤੇਜ਼ੀ ਨਾਲ ਆਉਣੀ ਚਾਹੀਦੀ ਸੀ ਉਨੀ ਤੇਜ਼ੀ ਦੇ ਨਾਲ ਨਹੀਂ ਆਈ। ਅਪ੍ਰੈਲ ਦੇ ਸ਼ੁਰੂ ਦੇ ਵਿੱਚ ਜੋ ਹਾਲ ਅਮਰੀਕਾ ਦੇ ਵਿੱਚ ਸੀਗਾ, ਜੇ ਉਦੋਂ 37,000 ਮਰੀਜ਼ ਇੱਕ ਦਿਨ ਦੇ ਵਿੱਚ ਸਾਹਮਣੇ ਆਉਂਦਾ ਸੀ, ਤਾਂ ਅੱਜ ਵੀ ਉੱਥੇ 25,000, 20,000, 27,000 ਮਰੀਜ਼ ਐਵਰੇਜ ਜਿਹੜਾ ਸਾਡੇ ਸਾਹਮਣੇ ਆਉਂਦਾ, ਜਿਹੜੀ ਕਿ ਇੱਕ ਚਿੰਤਾਜਨਕ ਗੱਲ ਆ। ਸੋਚਣਾ ਇਹ ਬਣਦਾ
ਕਿ ਜੇਕਰ 37,000 35,000 ਤੋਂ 20,000 ਤੱਕ ਅਸੀਂ 2.5 ਮਹੀਨਿਆਂ ਦੇ ਵਿੱਚ ਪਹੁੰਚੇ ਹਾਂ, ਪੂਰਾ ਅਪ੍ਰੈਲ ਮਈ ਤੇ ਅੱਧਾ ਜੂਨ, ਇਹਨਾਂ 2.5 ਮਹੀਨਿਆਂ ਦੇ ਵਿੱਚ 35,000 37,000 ਜਿਹੜੇ ਇੱਕ ਦਿਨ ਦੇ ਵਿੱਚ ਮਰੀਜ਼ ਆਉਂਦੇ ਸੀ, ਅਸੀਂ 20-22,000 ਤੇ ਪਹੁੰਚੇ ਹਾਂ। ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜੇਕਰ ਇਹਨੇ ਜ਼ੀਰੋ ਤੇ ਜਾਣਾ ਤਾਂ ਅਜੇ 3 ਮਹੀਨੇ ਹੋਰ ਲੱਗਣੇ ਆ। ਸੋ ਇਹ ਇੱਕ ਚਿੰਤਾਜਨਕ ਗੱਲ ਵੀ ਆ। ਵੱਖ-ਵੱਖ ਥਾਵਾਂ ਦੇ ਉੱਤੇ ਰੀਓਪਨਿੰਗ ਵੀ ਹੋ ਰਹੀ ਆ, ਬਿਜ਼ਨੈਸਿਸ ਖੁੱਲ੍ਹ ਵੀ ਰਹੇ ਆ। ਰਾਸ਼ਟਰਪਤੀ ਟਰੰਪ ਹੋਣਾ ਦਾ ਅੱਜ ਬਿਆਨ ਵੀ ਆਇਆ, ਉਹ ਕਹਿੰਦੇ ਜੇਕਰ ਅਸੀਂ ਟੈਸਟਿੰਗ ਬੰਦ ਕਰ ਦਈਏ ਤਾਂ ਸਾਡੇ ਕੋਈ ਮਰੀਜ਼ ਜਿਹੜਾ ਆ ਸਾਹਮਣੇ ਨਹੀਂ ਆਊਗਾ। ਕਹਿਣ ਦਾ ਅਰਥ ਕੀ ਆ, ਇਹਦਾ ਇੱਕ ਪੱਖ ਤਾਂ ਇਹ ਹੈ ਕਿ ਇੱਥੇ ਇਨਫੈਕਸ਼ਨ ਹੈ ਹੀ ਬਹੁਤ ਜ਼ਿਆਦਾ, ਇਹ ਕਾਬੂ 'ਚ ਨਹੀਂ ਆ ਰਹੀ। ਦੂਜਾ ਪੱਖ ਇਹਦਾ ਇਹ ਆ ਕਿ ਜਿਹੜਾ ਡਾਟਾ ਤੁਸੀਂ ਦੇਖ ਰਹੇ ਆ ਕਿ 2 ਮਿਲੀਅਨ ਤੋਂ ਜ਼ਿਆਦਾ ਇਨਫੈਕਸ਼ਨਸ ਹੋਈਆਂ, ਤੇ ਇਹ ਵੀ ਗੱਲ ਦੱਸਦੀ ਆ ਕਿ ਇੱਥੇ ਇਮਾਨਦਾਰੀ ਦੇ ਨਾਲ ਸਾਰੀ ਗੱਲ ਬਾਹਰ ਵੀ ਆ ਰਹੀ ਆ। ਜੋ ਕੁਛ ਇੱਥੇ ਹੈਗਾ ਉਹੀ ਹੈਗਾ। ਦੂਜੀ ਗੱਲ ਇੱਥੇ ਇਹ ਆ ਕਿ ਅਮਰੀਕਾ ਦੀ ਵੀ ਟੈਸਟਿੰਗ ਬਹੁਤ ਹੋ ਰਹੀ ਆ, ਟੈਸਟਿੰਗ ਐਕੂਰੇਟ ਬਹੁਤ ਹੋ ਰਹੀ ਆ, ਔਰ ਇਸ ਕਰਕੇ ਉਹ ਨੰਬਰ ਜਿਹੜਾ ਆ ਸਾਹਮਣੇ ਆ ਰਿਹਾ। ਉਹਦੇ ਮੁਕਾਬਲੇ ਜੇਕਰ ਦੂਜੇ ਦੇਸ਼ ਦੇਖਦੇ ਹਾਂ, ਜਿਵੇਂ ਅਸੀਂ ਚਾਈਨਾ ਦੇਖਦੇ ਸੀ ਪਹਿਲਾਂ, ਜਾਂ ਇਸ ਵੇਲੇ ਇੰਡੀਆ ਦੇਖਦੇ ਹਾਂ, ਕਿ ਉੱਥੇ ਹਾਲਤ ਉਨੀ ਜ਼ਿਆਦਾ ਮਾੜੀ ਨਹੀਂ ਜਿੰਨੀ ਇੱਥੇ ਹੋਈ ਆ, ਤਾਂ ਕਿਤੇ ਨਾ ਕਿਤੇ ਲੈਕ ਆਫ ਟੈਸਟਿੰਗ ਵੀ ਆ, ਟੈਸਟ ਨਹੀਂ ਹੋ ਰਹੇ। ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਦਾ ਇਹ ਬਿਆਨ ਆਇਆ ਕਿ ਜਿਹੜਾ ਮਾਨਯੋਗ ਡੋਨਾਲਡ ਟਰੰਪ ਹੋਣਾ ਦਾ, ਕਿ ਜੇਕਰ ਅਸੀਂ ਟੈਸਟਿੰਗ ਨਾ ਕਰੀਏ, ਟੈਸਟ ਨਾ ਕਰੀਏ, ਤਾਂ ਸਾਡੇ ਕੋਈ ਵੀ ਮਰੀਜ਼ ਸ਼ਾਇਦ ਸਾਹਮਣੇ ਨਾ ਆਵੇ। ਦੂਜੇ ਨੰਬਰ 'ਤੇ ਦੋਸਤੋ US ਤੋਂ ਬਾਅਦ ਬ੍ਰਾਜ਼ੀਲ ਆ, ਜਿੱਥੇ ਸਭ ਤੋਂ ਜ਼ਿਆਦਾ ਮਾੜੀ ਹਾਲਤ ਤੁਸੀਂ ਕਹਿ ਸਕਦੇ ਹੋ ਕਿ ਹੋਈ ਆ। 8,91,556 ਤੁਸੀਂ ਨੰਬਰ ਦੇਖ ਸਕਦੇ ਹੋ ਟੋਟਲ ਕੇਸਿਸ ਉੱਥੇ ਸੀਗੇ। 44,000 ਦੇ ਕਰੀਬ ਮੌਤਾਂ ਹੋਈਆਂ। 4,53,568 ਮਰੀਜ਼ ਉੱਥੇ ਰਿਕਵਰ ਹੋਏ ਆ, ਔਰ 3,93,870 ਮਰੀਜ਼ ਇਸ ਵੇਲੇ ਐਕਟਿਵ ਨੇ। ਸੋ ਬ੍ਰਾਜ਼ੀਲ ਦੇ ਵਿੱਚ ਇਸ ਵੇਲੇ ਜਦੋਂ ਅਸੀਂ ਕਹਿੰਦੇ ਅਮਰੀਕਾ ਦੇ ਵਿੱਚ ਜਿਹੜੇ ਹੈਗੇ ਆ 11 ਲੱਖ ਐਕਟਿਵ ਨੇ, ਤੇ ਬ੍ਰਾਜ਼ੀਲ ਦੇ ਵਿੱਚ 3,93,870 ਮਰੀਜ਼ ਇਸ ਵੇਲੇ ਤੁਸੀਂ ਇਹ ਅੰਕੜਾ ਦੇਖ ਸਕਦੇ ਹੋ ਬ੍ਰਾਜ਼ੀਲ ਦਾ ਇਸ ਵੇਲੇ ਐਕਟਿਵ ਨੇ। ਨੰਬਰ ਭਾਵੇਂ ਘੱਟ ਆ ਇਹਦੇ ਮੁਕਾਬਲੇ, ਅਮਰੀਕਾ ਦੇ ਮੁਕਾਬਲੇ, ਪਰ ਪੋਪੂਲੇਸ਼ਨ ਵੀ ਆ, ਔਰ ਮੌਤਾਂ ਦੀ ਗਿਣਤੀ ਇੱਥੇ ਵੀ ਕਾਫੀ 44,118 ਜਿਹੜੀਆਂ ਮੌਤਾਂ ਬ੍ਰਾਜ਼ੀਲ ਦੇ ਵਿੱਚ ਹੋਈਆਂ, ਔਰ ਇਹ ਦੂਜੇ ਨੰਬਰ ਦੇ ਉੱਤੇ ਇਸ ਵੇਲੇ ਦੇਸ਼ ਹੈਗਾ ਆ। ਤੀਜੇ ਨੰਬਰ ਦੇ ਉੱਤੇ ਇਹ ਸਾਰੇ ਜਿਹੜੀ ਪੈਂਡੈਮਿਕ ਦੇ ਵਿੱਚ ਇਸ ਕੋਵਿਡ-19 ਨੇ ਜਿਹਨੇ ਸਭ ਤੋਂ ਵੱਧ ਹਿੱਟ ਕੀਤਾ ਰਸ਼ੀਆ ਆ। ਰਸ਼ੀਆ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਈਆਂ। ਕਿਹਾ ਜਾਂਦਾ ਸੀ ਕਿ ਉੱਥੇ ਓਪਨਿੰਗ ਇਸ ਕਰਕੇ ਹੋ ਰਹੀ ਹੈ ਕਿਉਂਕਿ ਇਲੈਕਸ਼ਨ ਦੇ ਵਿੱਚ ਲੋਕ ਜਿਹੜੇ ਵਲਾਦੀਮੀਰ ਪੁਤਿਨ ਆ, ਉਹ ਚਾਹੁੰਦੇ ਆ ਕਿ ਉਹ ਦੁਬਾਰਾ ਚੁਣੇ ਜਾਣ, ਤੇ ਇੱਕ ਲੰਬੇ ਸਮੇਂ ਲਈ ਸ਼ਾਇਦ 2036 ਤੱਕ ਜੇ ਉਹਨਾਂ ਦੀ ਲਾਈਫ ਟਰਮ ਹੀ ਉਹਨਾਂ ਨੇ ਮੁੜ ਕੇ ਪ੍ਰੈਜ਼ੀਡੈਂਟ ਬਣ ਜਾਣਾ ਉੱਥੋਂ ਦੇ, ਕਿ ਉਹ ਸਿਰਫ ਆਪਣੇ ਹੱਕ ਦੇ ਵਿੱਚ ਲੋਕਾਂ ਨੂੰ ਕਰਨ ਦੇ ਲਈ, ਵੋਟਾਂ ਦੇ ਲਈ ਇਹਨੂੰ ਰਸ਼ੀਆ ਨੂੰ ਓਪਨ ਕਰ ਰਿਹਾ। ਅਦਰਵਾਈਜ਼ ਹਾਲਤ ਉੱਥੇ ਮਾੜੀ ਆ। ਤੁਸੀਂ ਦੇਖ ਸਕਦੇ ਹੋ 7,091 ਮੌਤਾਂ ਹੋਈਆਂ ਰਸ਼ੀਆ ਦੇ ਵਿੱਚ। 5,37,210 ਟੋਟਲ ਉੱਥੇ ਕੇਸਿਸ ਸੀਗੇ, ਜਿਨ੍ਹਾਂ ਦੇ ਵਿੱਚੋਂ 2,84,539 ਰਿਕਵਰ ਹੋ ਗਏ, ਮਤਲਬ ਠੀਕ ਠਾਕ ਹੋ ਗਏ। 2,84,000 5,37,000 ਚੋਂ, ਤੇ 2,45,000 ਇਸ ਵੇਲੇ 2,45,580 ਜਿਹੜੇ ਇਹ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਐਕਟਿਵ ਨੇ। ਮਤਲਬ ਉਹ ਇਸ ਵੇਲੇ ਉਹਨਾਂ ਨੂੰ ਇਹ ਬਿਮਾਰੀ ਹੈਗੀ ਆ, ਪਰ ਇਹਦਾ ਮਤਲਬ ਇਹ ਨਹੀਂ ਕਿ 2,45,000 ਹੀ ਜਿਹੜਾ ਉਹ ਬਿਮਾਰ ਆ ਔਰ ਚਿੰਤਾ 'ਚ ਆ। ਇਹਨਾਂ 'ਚੋਂ ਬਹੁਤਿਆਂ ਨੇ ਠੀਕ ਹੋ ਜਾਣਾ, ਜਿੱਦਾਂ ਬਾਕੀ ਜਿਹੜੇ ਹੋਏ ਆ 5,37,000 ਦੇ ਵਿੱਚੋਂ 2,84,000 ਹੋਏ ਆ। ਇਹ ਜਿਹੜੇ 2,45,000 ਇਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਜਿਹੜੀ ਠੀਕ ਠਾਕ ਹੋ ਜਾਣੀ ਆ। ਬਦਕਿਸਮਤੀ ਇਹ ਆ ਕਿ ਰਸ਼ੀਆ ਤੋਂ ਬਾਅਦ ਚੌਥੇ ਨੰਬਰ 'ਤੇ ਇੰਡੀਆ ਆ। ਇੰਡੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ 10ਵੇਂ 12ਵੇਂ ਨੰਬਰ ਤੋਂ ਇੱਕਦਮ ਚੌਥੇ ਨੰਬਰ ਦੇ ਉੱਤੇ ਆ ਗਿਆ। 3,43,000 ਉੱਥੇ ਟੋਟਲ ਇਨਫੈਕਸ਼ਨ ਹੋਈ ਆ। 10,000 ਦੇ ਕਰੀਬ 9,915 ਉੱਥੇ ਮੌਤਾਂ ਹੋ ਗਈਆਂ। 1,80,320 ਮਰੀਜ਼ ਜਿਹੜੇ ਉਹ ਰਿਕਵਰ ਹੋਏ ਆ, ਔਰ ਇਸ ਵੇਲੇ 1,52,791 ਮਰੀਜ਼ ਉੱਥੇ ਹੁਣ ਤੱਕ ਐਕਟਿਵ ਨੇ, ਮਤਲਬ ਜਿਨ੍ਹਾਂ ਨੂੰ ਹੋ ਚੁੱਕਿਆ। ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਿਣਤੀ ਆ ਇੰਡੀਆ ਦੇ ਵਿੱਚ ਬੰਬੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਆ ਬੇਸਿਕਲੀ, ਔਰ ਮਹਾਰਾਸ਼ਟਰ ਤੋਂ ਅੱਗੇ ਬੰਬੇ ਜਿਹੜਾ ਉਹਦੇ ਵਿੱਚ ਐਪੀ ਸੈਂਟਰ ਬਣਿਆ, ਉੱਥੇ ਸਭ ਤੋਂ ਜ਼ਿਆਦਾ ਆ। ਪੰਜਾਬ ਦੇ ਵਿੱਚ ਹਾਲਾਤ ਕਿਹਾ ਜਾ ਸਕਦਾ ਕਿ ਕਾਫੀ ਠੀਕ ਠਾਕ ਆ, ਪਰ ਫਿਰ ਵੀ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਉੱਥੇ ਗਿਣਤੀ ਵੱਧ ਰਹੀ ਹੈ। ਇਸੇ ਕਰਕੇ ਉਹਨਾਂ ਨੇ ਵੀਕਐਂਡ ਦੇ ਉੱਤੇ ਜਿਹੜਾ ਲੋਕਡਾਊਨ ਆ ਉਹਨੂੰ ਕਰ ਦਿੱਤਾ, ਔਰ ਇਸ ਵੇਲੇ ਜਿਹੜੀ ਉੱਥੇ ਦੀ ਸਥਿਤੀ ਆ, ਅੰਮ੍ਰਿਤਸਰ ਦੇ ਵਿੱਚ 20 ਨਵੇਂ ਮਰੀਜ਼ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚੋਂ 633 ਜਿਹੜੇ ਉੱਥੇ ਟੋਟਲ ਸੀਗੇ, ਔਰ ਜਿਹੜੀਆਂ ਉਹਦੇ ਵਿੱਚੋਂ 164 ਜਿਹੜੇ ਇਸ ਵੇਲੇ ਉੱਥੇ ਮਰੀਜ਼ 160 ਜਿਹੜੇ ਮਰੀਜ਼ ਨੇ। ਸੋ ਵੱਖ-ਵੱਖ ਲੁਧਿਆਣੇ 'ਚ 33 ਨਵੇਂ ਕੇਸ ਆਏ ਆ, 387 ਉੱਥੇ
ਟੋਟਲ ਪੇਸ਼ੈਂਟ ਸੀਗੇ। ਜਲੰਧਰ 'ਚ 23, ਮਤਲਬ ਕੱਲ੍ਹ ਦੀ ਜਿਹੜੀ ਮੈਂ ਗੱਲ ਦੱਸ ਰਿਹਾ, ਜਲੰਧਰ ਦੇ ਵਿੱਚ 23 ਨਵੇਂ ਕੇਸ ਆਏ ਆ। 347 ਉੱਥੇ ਜਿਹੜੇ ਟੋਟਲ ਕੇਸਿਸ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਕੱਲ੍ਹ 11 ਕੇਸ ਨਵੇਂ ਆਏ ਆ, 175 ਟੋਟਲ ਕੇਸ ਨੇ ਉੱਥੇ। ਗੁਰਦਾਸਪੁਰ 'ਚ 1 ਕੇਸ ਨਵਾਂ ਆਇਆ, 169 ਨੇ ਉੱਥੇ। ਪਟਿਆਲੇ ਦੇ ਵਿੱਚ 10 ਕੇਸ ਨਵੇਂ ਆਏ ਆ, ਉੱਥੇ ਵੀ 169 ਨੇ। ਮਤਲਬ ਵੱਖ-ਵੱਖ। ਤਰਨਤਾਰਨ 'ਚ 1 ਕੇਸ ਨਵਾਂ ਆਇਆ, 168 ਟੋਟਲ ਨੇ ਉੱਥੇ। ਸੰਗਰੂਰ 'ਚ 15 ਕੇਸ ਨਵੇਂ ਆਏ ਆ, 158 ਟੋਟਲ ਕੇਸਿਸ ਨੇ ਉੱਥੇ। ਪਠਾਨਕੋਟ ਦੇ ਵਿੱਚ 2 ਨਵੇਂ ਕੇਸ ਆਏ ਆ, 145 ਟੋਟਲ ਨੇ ਉੱਥੇ। ਇਸੇ ਤਰ੍ਹਾਂ ਜਿਹੜਾ ਸਾਹਿਬਜ਼ਾਦਾ ਸ਼ਹੀਦ ਭਗਤ ਸਿੰਘ ਨਗਰ, ਜਿਹੜਾ ਨਵਾਂ ਸ਼ਹਿਰ ਕਹਿੰਦੇ, 1 ਨਵਾਂ ਕੇਸ ਆਇਆ, 120 ਟੋਟਲ ਕੇਸ ਨੇ। ਫਰੀਦਕੋਟ 'ਚ ਵੀ 1 ਨਵਾਂ ਕੇਸ ਆਇਆ ਕੱਲ੍ਹ, 87 ਜਿਹੜੇ ਟੋਟਲ ਨੇ। ਸੋ ਗਿਣਤੀ ਬਹੁਤ ਜ਼ਿਆਦਾ ਨਹੀਂ ਆ, ਪਰ ਇੱਕ ਵਾਰੀ ਫੇਰ ਤੋਂ ਜਿਹੜੇ ਕੇਸਿਸ ਵਧਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ, ਇਹ ਇੱਕ ਚਿੰਤਾ ਵਾਲੀ ਗੱਲ ਆ ਕਿ 20 ਪੇਸ਼ੈਂਟ ਇੱਕ ਦਿਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿੱਧੇ ਦੇ ਸਿੱਧੇ ਆ ਜਾਣੇ ਸਾਹਮਣੇ। ਔਰ ਇਹਦੇ ਵਿੱਚ 633 ਟੋਟਲ ਮਰੀਜ਼ ਤੇ 160 ਇਸ ਵੇਲੇ ਐਕਟਿਵ ਹੋਣੇ। ਲੁਧਿਆਣੇ 'ਚ 33 ਇੱਕੋ ਦਿਨ ਦੇ ਵਿੱਚ ਆ ਜਾਣੇ, ਜਲੰਧਰ 'ਚ 23 ਇੱਕੋ ਦਿਨ ਦੇ ਵਿੱਚ ਆ ਜਾਣੇ। ਇਹ ਬਹੁਤ ਵੱਡੀ ਗਿਣਤੀ ਹੈ, ਕਿਉਂਕਿ 23 ਜਿਹੜੇ ਇੱਕ ਦਿਨ ਦੇ ਵਿੱਚ ਆਏ, 2300 ਕਦੋਂ ਹੋ ਜਾਣੇ ਆ ਇਹ ਪਤਾ ਨਹੀਂ। ਔਰ ਇਹ ਸਾਰਾ ਕੁਛ ਅਸੀਂ ਅਮਰੀਕਾ ਦੇ ਵਿੱਚ ਵੀ ਦੇਖਿਆ, ਔਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਦੇਖਿਆ ਕਿ ਇਹ ਗਿਣਤੀ ਇੱਕਦਮ ਉੱਪਰ ਨੂੰ ਕਿੱਦਾਂ ਜਾਂਦੀ ਆ। ਕਈ ਥਾਵਾਂ ਦੇ ਉੱਤੇ ਬਿਲਕੁਲ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਠੀਕ ਨੇ। ਜਿਵੇਂ ਫਤਿਹਗੜ੍ਹ ਸਾਹਿਬ ਆ, ਉੱਥੇ 77 ਕੁੱਲ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਨਵਾਂ ਪੇਸ਼ੈਂਟ ਸਾਹਮਣੇ ਆਇਆ ਹੈ, ਔਰ ਕਾਫੀ ਉੱਥੇ 7 ਸਿਰਫ ਐਕਟਿਵ ਨੇ, 70 ਠੀਕ ਹੋ ਗਏ। ਮਾਨਸਾ ਜਿਹੜਾ ਉਹਦੇ ਵਿੱਚ ਬਿਲਕੁਲ ਫ੍ਰੀ ਹੋ ਗਿਆ। ਉਹ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 73 ਮਰੀਜ਼ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਹਾਲਤ ਚੰਗੀ ਵੀ ਹੈ, ਪਰ ਓਵਰਆਲ ਜੇ ਤੁਸੀਂ ਇੰਡੀਆ ਦਾ ਗ੍ਰਾਫ ਦੇਖੋ, ਉਹ ਬਿਲਕੁਲ ਉੱਪਰ ਨੂੰ ਜਾ ਰਿਹਾ। ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਜਾ ਸਕਦੀ ਪ੍ਰੈਕਟੀਕਲੀ। ਕਈ ਵਾਰੀ ਇਹ ਕਿਹਾ ਜਾਂਦਾ ਕਿ ਪੰਜਾਬ ਦੇ ਪਿੰਡ ਜਿਹੜੇ ਉਹ ਕਾਫੀ ਬਚਾਅ ਵਾਲੇ ਨੇ। ਉੱਥੋਂ ਦੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਪੰਜਾਬ ਦੇ ਪਿੰਡ ਸੇਫ ਨੇ, ਇਹ ਵੀ ਗਲਤ ਆ। ਉੱਥੇ ਵੀ ਓਨਾ ਹੀ ਧਿਆਨ ਰੱਖਣ ਦੀ ਜ਼ਰੂਰਤ ਆ, ਓਨਾ ਹੀ ਬਚਣ ਦੀ ਜ਼ਰੂਰਤ ਆ। ਸੋ ਪਹਿਲੇ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਇੰਡੀਆ ਦਾ ਨੰਬਰ ਆਉਣਾ, ਇਹ ਇੱਕ ਚਿੰਤਾ ਵਾਲੀ ਗੱਲ ਆ। ਔਰ ਦੋਸਤੋ, ਕੈਨੇਡਾ ਜਿਹੜਾ ਉਹ 17ਵੇਂ ਨੰਬਰ ਦੇ ਉੱਤੇ ਆ। ਅਸੀਂ ਇੱਥੋਂ ਦੀ ਆਪਣੇ ਦੇਸ਼ ਦੀ ਵੀ ਜਿਹੜੀ ਗੱਲ ਕਰਦੇ ਹਾਂ, ਔਰ ਕੈਨੇਡਾ ਦੇ ਵਿੱਚ ਟੋਟਲ 99,147 ਕੇਸਿਸ ਸੀ, ਜਿਨ੍ਹਾਂ ਦੇ ਵਿੱਚੋਂ 81,000 ਮੌਤਾਂ ਹੋਈਆਂ, 61,000 ਜਿਹੜੇ ਰਿਕਵਰ ਹੋ ਗਏ, ਔਰ 29,930 ਇਸ ਵੇਲੇ ਟੋਟਲ ਐਕਟਿਵ ਕੇਸਿਸ ਨੇ ਕੈਨੇਡਾ ਦੇ ਵਿੱਚ। ਸੋ ਲੱਖ ਦੇ ਕਰੀਬ ਕੇਸ ਹੋਏ, ਪਰ ਜਿਹੜੇ 29,000 ਸਿਰਫ ਇਸ ਵੇਲੇ ਐਕਟਿਵ ਨੇ। ਉਹਨਾਂ ਦੇ ਵਿੱਚੋਂ ਕਿੰਨੇ ਇੱਥੇ BC ਦੇ ਵਿੱਚ ਬਹੁਤ ਘੱਟ ਨੇ। ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ ਵਿਸਥਾਰ ਦੇ ਵਿੱਚ, ਉਹਨਾਂ ਤੋਂ ਦੇਖਾਂਗੇ। ਇਹ ਦੋਸਤੋ ਇੱਕ ਮੋਟੀ ਜੀ ਜਾਣਕਾਰੀ ਤੁਹਾਨੂੰ ਅਸੀਂ ਜਿਹੜੀ COVID-19 ਬਾਰੇ ਦਿੱਤੀ ਆ, ਕਿ ਤਾਂ ਕਿ ਸਾਨੂੰ ਪਤਾ ਲੱਗ ਸਕੇ ਇਸ ਵੇਲੇ ਦੁਨੀਆ ਦੇ ਵਿੱਚ ਜਿਹੜੀ ਉਹ ਸਥਿਤੀ ਕੀ ਆ, ਔਰ ਅਸੀਂ ਇਸ ਵੇਲੇ ਕਿੱਥੇ ਖੜੇ ਹਾਂ ਇਸ ਮਾਮਲੇ ਦੇ ਵਿੱਚ। ਕੁਛ ਕੁ ਗੱਲਾਂ ਇਹਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਜਿਹੜੀਆਂ ਇੱਥੇ ਦੀਆਂ ਸਾਡੇ ਕੈਨੇਡਾ ਦੀਆਂ ਜਾਂ ਆਲੇ ਦੁਆਲੇ ਦੀਆਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ। ਜਿਹੜਾ CERB ਆ, ਜਿਹੜਾ ਐਮਰਜੈਂਸੀ ਫੰਡਿੰਗ ਸੀਗੀ $2,000 ਦੀ ਫੈਡਰਲ ਸਰਕਾਰ ਨੇ ਦਿੱਤੀ ਸੀ, ਉਹਨੂੰ ਹੁਣ ਐਕਸਟੈਂਡ ਕਰਨ ਬਾਰੇ ਗੱਲ ਚੱਲ ਰਹੀ ਹੈ। 16 ਹਫ਼ਤਿਆਂ ਦੇ ਲਈ ਉਹ ਮਿਲਣੀ ਸੀ। ਸੋ ਇਹਦਾ ਮਤਲਬ ਇਹ ਆ ਕਿ ਜਿਨ੍ਹਾਂ ਨੂੰ ਮਾਰਚ ਤੋਂ ਸ਼ੁਰੂ ਹੋ ਗਈ ਸੀ, ਉਹਨਾਂ ਦੀ ਅਗਲੇ ਮਹੀਨੇ ਜੁਲਾਈ ਦੇ ਵਿੱਚ ਇਹ ਖਤਮ ਹੋ ਜਾਣੀ ਆ, ਐਕਸਪਾਇਰ ਹੋ ਜਾਣੀ ਆ। 4 ਜੂਨ ਤੱਕ ਜਿਹੜਾ ਤੁਸੀਂ ਡਾਟਾ ਮੇਰੇ ਪਿੱਛੇ ਦੇਖ ਸਕਦੇ ਹੋ, 4 ਜੂਨ ਤੱਕ ਸਰਕਾਰ ਨੇ $43.5 ਬਿਲੀਅਨ ਪੇ ਕਰ ਦਿੱਤੇ, ਔਰ ਇੱਕ ਬਹੁਤ ਵੱਡੀ ਗਿਣਤੀ ਆ CERB ਦੇ ਵਿੱਚ ਇਹ ਬੈਨੀਫਿਟ ਦੇ ਲਈ। ਔਰ ਟੋਟਲ ਜਿਹੜੇ ਹੈਗੇ ਆ 8.4 ਮਿਲੀਅਨ ਲੋਕਾਂ ਨੇ ਇਹਦੇ ਲਈ ਅਪਲਾਈ ਕੀਤਾ ਸੀ ਇਸ ਬੈਨੀਫਿਟ ਦੇ ਲਈ। ਟੋਟਲ ਜਿਹੜਾ 8.4 ਮਿਲੀਅਨ ਲੋਕਾਂ ਨੇ ਅਪਲਾਈ ਕੀਤਾ, ਔਰ 4 ਜੂਨ ਤੱਕ 43.5 ਬਿਲੀਅਨ ਜਾਣੀ ਕਿ ਇੰਨੇ ਡਾਲਰ ਜਿਹੜੇ ਆ ਉਹ ਦੇ ਚੁੱਕੇ ਆ। ਸੋ ਇੱਕ ਵੱਡੀ ਹੈਗੀ ਆ। ਹੁਣ ਇਹਦੇ ਉੱਤੇ ਹੋ ਕੀ ਰਿਹਾ, ਇਹਦੇ ਉੱਤੇ ਦੋ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ। ਤੁਸੀਂ ਦੇਖਿਆ ਹੋਣਾ ਕਿ ਜਿਹੜੇ NDP ਦੇ ਆਗੂ ਸਰਦਾਰ ਜਗਮੀਤ ਸਿੰਘ ਆ, ਉਹਨਾਂ ਨੇ ਪਿਛਲੇ ਦਿਨੀ ਸਵਾਲ ਜਵਾਬ ਜਦੋਂ ਹੋਏ ਸੀ, ਮਾਨਯੋਗ ਜਸਟਿਨ ਟਰੂਡੋ ਹੋਰਾਂ ਨੂੰ ਬਹੁਤ ਸਖਤੀ ਦੇ ਨਾਲ ਪੁੱਛਿਆ ਸੀ, ਔਰ ਬਾਰ-ਬਾਰ ਇੱਕੋ ਹੀ ਗੱਲ ਪੁੱਛੀ ਕਿ ਕੀ ਤੁਸੀਂ ਇਸ ਸਰਬ ਨੂੰ ਐਕਸਟੈਂਡ ਕਰ ਰਹੇ ਹੋ,
ਇਹਨੂੰ ਅੱਗੇ ਵਧਾ ਰਹੇ ਹੋ, ਕਿਉਂਕਿ ਲੋਕ ਸੰਕਟ 'ਚ ਨੇ, ਲੋਕ ਕੰਮਾਂ 'ਤੇ ਵਾਪਸ ਨਹੀਂ ਆਏ ਅਜੇ, ਉਹਨਾਂ ਨੂੰ ਸਮੱਸਿਆ ਆ। ਮਾਨਯੋਗ ਪ੍ਰਧਾਨ ਮੰਤਰੀ ਹੁਣੀ ਗੱਲ ਟਾਲੀ ਸੀ ਇਹ ਕਿ ਹਾਂਜੀ ਅਸੀਂ ਜਿਹੜੇ ਕੈਨੇਡੀਅਨ ਜਿਨ੍ਹਾਂ ਨੂੰ ਜਦੋਂ ਲੋੜ ਆ ਅਸੀਂ ਉਸ ਵੇਲੇ ਉਹਨਾਂ ਦੇ ਨਾਲ ਖੜੇ ਹਾਂ, ਅਸੀਂ ਛੱਡ ਕੇ ਨਹੀਂ ਜਾਂਦੇ। ਉਹਨਾਂ ਨੇ ਫਿਰ ਸਵਾਲ ਪੁੱਛਿਆ ਸੀ ਕਿ ਕੀ ਤੁਸੀਂ ਇਹਨੂੰ ਵਧਾਓਗੇ, ਐਕਸਟੈਂਡ ਕਰੋਗੇ ਜਾਂ ਨਹੀਂ। ਤੇ ਮਾਨਯੋਗ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਫਿਰ ਇਹੀ ਗੱਲ ਕਹੀ ਸੀ ਕਿ ਮੈਂ ਲੋੜ ਵੇਲੇ ਸਾਡੀ ਸਰਕਾਰ ਜਿਹੜੇ ਕੈਨੇਡੀਅਨਸ ਆ ਉਹਨਾਂ ਦੇ ਨਾਲ ਖੜੀ ਆ, ਪਰ ਗੱਲ ਉਹਨਾਂ ਨੇ ਫਿਰ ਸਾਫ਼ ਨਹੀਂ ਸੀ ਕੀਤੀ ਸੀ ਵੀ ਇਹਨੂੰ ਅੱਗੇ ਖਿੱਚਣਗੇ ਜਾਂ ਨਹੀਂ ਖਿੱਚਣਗੇ। ਪਰ ਅੱਜ ਸਵੇਰੇ ਜਿਹੜੀ ਰੋਜ਼ਾਨਾ ਦੀ ਤਰ੍ਹਾਂ ਉਹਨੇ ਬਰੀਫਿੰਗ ਕੀਤੀ ਆ ਜਸਟਿਨ ਟਰੂਡੋ ਹੋਰਾਂ ਨੇ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਹਨੂੰ ਵਧਾਉਣ ਬਾਰੇ ਸੋਚ ਰਹੇ ਹਾਂ। ਕਦੋਂ ਵਧਾਉਣੀ ਆ, ਕਿੰਨੇ ਚਿਰ ਲਈ ਵਧਾਉਣੀ ਆ, ਕਿਹਦੇ ਲਈ ਵਧਾਉਣੀ ਆ, ਇਹ ਕੁਛ ਨਹੀਂ ਦੱਸਿਆ ਉਹਨਾਂ ਨੇ। ਪਰ ਹੁਣ ਜਿਹੜਾ ਕਿਤੇ ਨਾ ਕਿਤੇ ਗੱਲ ਚੱਲ ਰਹੀ ਆ ਕਿ ਉਹਨਾਂ ਨੇ ਇਹਨੂੰ ਇਹ ਜਿਹੜੀ ਆ ਇਹਨੂੰ ਅੱਗੇ ਕਰ ਦੇਣਾ। ਔਰ ਜਗਮੀਤ ਸਿੰਘ ਹੁਣੀ ਇਹ ਗੱਲ ਕਹੀ ਸੀ ਕਿ ਉਹ ਇਹ ਸਪੋਰਟ ਨਹੀਂ ਕਰਨਗੇ ਕੌਨਫੀਡੈਂਸ ਵੋਟ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਜੇਕਰ ਜਿਹੜੀ ਇਹ ਆ CERB ਨੂੰ ਐਕਸਟੈਂਡ ਨਾ ਕੀਤਾ ਗਿਆ। ਸੋ ਕਾਫੀ ਆਸ ਇਸ ਗੱਲ ਦੀ ਕੀਤੀ ਜਾ ਰਹੀ ਆ ਕਿ ਇਹਨੂੰ ਐਕਸਟੈਂਡ ਕਰ ਦਿੱਤਾ ਜਾਊਗਾ ਸਰਬ ਨੂੰ, ਹੋਰ ਆਉਣ ਵਾਲੇ ਜਿਹੜੇ 16 ਹਫ਼ਤੇ ਦੇ ਲਈ ਪਹਿਲਾਂ ਸੀ ਉਹਦੇ ਤੋਂ ਅੱਗੇ ਐਕਸਟੈਂਡ ਕਰ ਦੇਣਗੇ। ਕਿੰਨਾ ਚਿਰ ਲਈ ਕਰਦੇ ਆ, ਕਿਹਦੇ ਲਈ ਕਰਦੇ ਆ। ਦੂਜੇ ਪਾਸੇ ਇਹਦਾ ਦੂਜਾ ਪਾਸਾ ਜਿਹੜਾ ਸਾਹਮਣੇ ਉਹ ਆ ਰਿਹਾ, ਇਹ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਜਾਂ ਬਿਜ਼ਨਸ ਵਾਲੇ ਕਿ ਲੋਕ ਜਿਹੜਾ ਨੂੰ ਇਹ $2000 ਮਿਲ ਰਿਹਾ ਉਹ ਕੰਮ ਨਹੀਂ ਦੇਖ ਰਹੇ, ਲੱਭ ਨਹੀਂ ਰਹੇ। ਇੱਕ ਕੰਮ ਛੁੱਟ ਗਿਆ, ਉਹਨਾਂ ਨੂੰ ਹੋਰ ਲੱਭਣਾ ਚਾਹੀਦਾ। ਜਿੱਦਾਂ ਇੱਥੇ ਜਿਹੜਾ ਇਹ EI ਅਪਲਾਈ ਕੀਤੀ ਜਾਂਦੀ ਆ ਉਹਦੇ ਵਾਂਗੂ ਉਹਨਾਂ ਨੂੰ ਲੱਭਣਾ ਚਾਹੀਦਾ ਕਿ ਉਹ ਨਹੀਂ ਲੱਭ ਰਿਹਾ, ਥੋੜ੍ਹਾ ਜਿਹਾ ਰਿਲੈਕਸ ਹੋਇਆ। ਇਹਨੂੰ ਕ੍ਰਿਟੀਸਾਈਜ਼ ਵੀ ਲੋਕ ਕਰ ਰਹੇ ਆ, ਪਰ ਦੂਜੇ ਪਾਸੇ ਜਿਹਨਾਂ ਲੋੜ ਆ ਉਹ ਇਹਦੇ ਹੱਕ ਦੇ ਵਿੱਚ ਵੀ ਕਹਿ ਰਹੇ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਵਧਾਉਣਾ ਚਾਹੀਦਾ। ਦੂਜੀ ਖਬਰ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ, ਉਹ ਹਰ ਇੱਕ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਆ ਕਿ ਇਸ COVID-19 ਤੋਂ ਬਾਅਦ ਪੈਂਡੈਮਿਕ ਜਦੋਂ ਖਤਮ ਹੋ ਜਾਂਦੀ ਹੈ, ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਕੀ ਬਣਨਾ। ਇਸ ਵੇਲੇ ਸਾਡੇ ਕੋਲੇ ਸਮਰ ਆ, ਸਮਰ ਦੇ ਵਿੱਚ ਬਹੁਤ ਸਾਰੇ ਟੂਰਿਸਟ ਆਉਂਦੇ ਆ। ਟੂਰਿਸਟ ਦੇ ਉੱਤੇ ਬਹੁਤ ਸਾਰੀ ਇੰਡਸਟਰੀ ਬੇਸਡ ਆ, ਨਾ ਸ਼ਿਪ ਆ, ਨਾ ਕਰੂਜ਼ ਆ, ਨਾ ਇੱਥੇ ਟੈਕਸੀ ਇੰਡਸਟਰੀ ਚੱਲ ਰਹੀ ਆ, ਨਾ ਹੋਟਲ ਚੱਲ ਰਹੇ ਆ, ਨਾ ਰੈਸਟੋਰੈਂਟ ਚੱਲ ਰਹੇ ਆ। ਸਾਰਾ ਕੁਛ ਹੀ ਜਿਹੜਾ ਕਿ ਟੂਰਿਜ਼ਮ ਦੇ ਉੱਤੇ ਡਿਪੈਂਡ ਕਰਦਾ ਸੀ ਵੈਨਕੂਵਰ ਵਰਗੇ ਸ਼ਹਿਰ ਦੇ ਵਿੱਚ, ਉਹ ਸਾਰਾ ਕੁਛ ਰੁਕਿਆ ਪਿਆ। ਦੂਜੀ ਗੱਲ, ਹੁਣ ਜਿਹੜੇ ਵਰਕ ਪਰਮਿਟ ਵਾਲੇ ਨੇ, ਜਿਹੜੇ ਸਟੂਡੈਂਟ ਨੇ ਪੰਜਾਬ ਦੇ ਵਿੱਚ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਇਹ ਬਹੁਤ ਵੱਡਾ ਸਵਾਲ ਆ। ਜਿਨ੍ਹਾਂ ਨੇ ਆਪਣਾ ਸੁਪਨਾ ਇੱਥੇ ਲਿਆ ਸੀ, ਇੱਥੇ ਆ ਕੇ ਉਹਨਾਂ ਨੇ ਜਿਹੜਾ ਸੈੱਟ ਹੋਣਾ ਸੀ, ਉਹਦੇ ਲਈ ਹੁਣ ਜਿਹੜੀ ਇਸ ਵੇਲੇ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਇੱਥੇ ਦਾ, ਉਹ ਇੱਦਾਂ ਸੋਚ ਰਿਹਾ ਕਿ ਹੁਣ ਇਹ ਕੁਛ ਨਹੀਂ ਹੋ ਰਿਹਾ। ਥੋੜ੍ਹੇ ਦਿਨ ਪਹਿਲਾਂ ਵੀ ਤੁਹਾਡੇ ਨਾਲ ਖਬਰ ਕੀਤੀ ਸੀ ਅਸੀਂ ਸਾਂਝੀ ਕਿ ਜਿਹੜਾ 4100 ਬੰਦਾ ਅਪ੍ਰੈਲ ਮਹੀਨੇ ਦੇ ਵਿੱਚ ਇੱਥੇ PR ਹੋਇਆ, ਜਿਹੜਾ ਕਿ 25000 ਤੋਂ ਲੈ ਕੇ 35000 ਬੰਦਾ ਇੱਕ ਮਹੀਨੇ ਦੇ ਵਿੱਚ 35,000 ਜਿਹੜਾ ਆ ਉਹ ਪੱਕਾ ਹੁੰਦਾ ਸੀ, ਉਹ ਸਿਰਫ 4000 ਹੋਇਆ। ਕੈਨੇਡਾ ਨੂੰ ਇਹਦੀ ਲੋੜ ਆ। ਹੁਣ ਇਹ ਕੀ ਕਰ ਰਹੇ ਆ, ਇਹ ਤਿਆਰੀ ਕਾਹਦੀ ਕਰ ਰਹੇ ਆ ਕਿ ਜਦੋਂ ਹੀ ਇਹ ਸਾਰਾ ਕੁਝ ਖਤਮ ਹੁੰਦਾ, ਟਰੈਵਲ ਰਿਸਟ੍ਰਿਕਸ਼ਨ ਚੱਕ ਹੁੰਦੀ ਆ, ਇੱਕਦਮ ਅਰਜ਼ੀਆਂ ਦਾ ਹੜ੍ਹ ਆ ਜਾਣਾ, ਐਪਲੀਕੇਸ਼ਨਸ ਦਾ। ਬਹੁਤ ਸਾਰੇ ਲੋਕਾਂ ਨੇ ਅਪਲਾਈ ਕਰਨਾ ਔਰ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਇਹਨਾਂ ਨੇ ਇੱਥੇ ਸੱਦਣਾ ਆ। ਉਹਦੇ ਲਈ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਉਹ ਸਾਰਾ ਜਿਹੜਾ ਹਰ ਇੱਕ ਲੈਵਲ ਦੇ ਉੱਤੇ ਤਿਆਰੀ ਕਰ ਰਿਹਾ। ਕਿਉਂਕਿ ਤੁਹਾਨੂੰ ਯਾਦ ਹੋਊਗਾ ਜਿਹੜਾ ਇਹਨਾਂ ਦਾ ਕਰੰਟ ਇਮੀਗ੍ਰੇਸ਼ਨ ਲੈਵਲ ਪਲਾਨ ਆ 2020 to 2022, 2020 ਤੋਂ ਲੈ ਕੇ 2022 ਤੱਕ, ਇਸ ਵੇਲੇ ਇਹਨਾਂ ਨੂੰ 1 ਮਿਲੀਅਨ ਇਮੀਗ੍ਰੈਂਟਸ ਆਪਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਚਾਹੀਦੇ ਆ। 1 ਮਿਲੀਅਨ, 10 ਲੱਖ ਬੰਦਾ ਇਹਨਾਂ ਨੇ ਇਹਨਾਂ 3 ਸਾਲਾਂ ਦੇ ਵਿੱਚ ਸੱਦਣਾ, ਜਿਹਦੇ ਵਿੱਚ ਕਿ ਜਿਹੜੇ 2020 ਦੇ ਵਿੱਚ ਸੱਦਣੇ ਸੀ, ਜਾਣੀ ਕਿ ਇਸ ਸਾਲ ਦੇ ਵਿੱਚ ਸੱਦਣੇ ਸੀ, ਉਹ COVID-19 ਕਰਕੇ ਬਹੁਤ ਵੱਡਾ ਹਿੱਟ ਹੋਇਆ, ਉਹ ਨਹੀਂ ਆਏ। ਇਹ ਇੱਕ ਬਹੁਤ ਵੱਡਾ ਜਿਹੜਾ ਸੰਕਟ ਆ। ਸਟੂਡੈਂਟਸ ਜਿਹੜੇ ਆ ਦੋਸਤੋ, ਉਹਦੇ ਬਾਰੇ ਖਾਸ ਤੌਰ ਦੇ ਉੱਤੇ ਚਿੰਤਾ ਆ ਇੱਥੇ ਇਹ ਪਈ ਆ ਕਿ ਜੇ ਇਹ ਸਟੂਡੈਂਟ ਨਾ ਆਏ ਤਾਂ ਖਾਸ ਕਰਕੇ ਇੱਥੇ ਦੀ ਹਾਇਰ ਐਜੂਕੇਸ਼ਨ ਸਾਰੇ ਦੀ ਸਾਰੀ ਡਗਮਗਾ ਸਕਦੀ ਆ। ਬਹੁਤ ਵੱਡਾ ਹਿੱਸਾ ਸਟੂਡੈਂਟਸ ਦੇ ਉੱਤੇ ਆ ਔਰ ਇਹ ਮੈਜੋਰਿਟੀ ਜਿਹੜੀ ਸਟੂਡੈਂਟਸ ਆ ਇੰਡੀਆ ਤੇ ਚਾਈਨਾ ਤੋਂ ਆਉਂਦੀ ਆ। ਤੁਹਾਨੂੰ ਪਤਾ ਪਿੱਛੇ ਜੇ ਚਾਈਨਾ ਦੇ ਨਾਲ ਵੀ ਥੋੜ੍ਹੇ ਜਿਹੇ ਸਬੰਧ ਵਿਗੜੇ ਆ, ਜਿਹੜੀ ਮੈਂਗ ਵੋਂਗ ਦੀ ਡਿਟੈਂਸ਼ਨ ਦੇ ਉੱਤੇ, ਉਹਨੂੰ ਲੈ ਕੇ ਕਾਫੀ ਸਬੰਧ ਵਿਗੜੇ ਆ। ਸੋ ਇਸ ਵੇਲੇ ਇਹ ਚਿੰਤਾ ਇਹਨਾਂ ਨੂੰ ਵੱਡੀ ਜਿਹੜੀ ਹੈਗੀ ਆ ਇੱਥੇ ਕਿ ਜੇ ਕਿਤੇ ਕੱਲ੍ਹ ਨੂੰ ਚਾਈਨਾ ਇਹ ਕਹਿ ਦੇ ਕਿ ਤੁਸੀਂ ਜਿਹੜੇ ਸਟੂਡੈਂਟ ਆ ਵਾਪਸ ਆ ਜਾਓ। 1,40,000 ਚਾਈਨੀਜ਼ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹਦਾ ਆ, ਅਤੇ ਜੇ ਉਹਨਾਂ ਨੇ ਇਹ ਕਰ ਦਿੱਤਾ ਕਿ ਤੁਸੀਂ ਵਾਪਸ ਆਪਣੇ ਘਰਾਂ ਦੇ ਵਿੱਚ ਆ ਜਾਓ, ਜਿਹੜੀ ਕਿ ਉਹ ਬੀਬੀ ਸੀਗੀ ਮੈਂਗ ਵੋਂਗ ਦੀ ਡਿਟੈਂਸ਼ਨ ਕਰਕੇ, ਤਾਂ ਬਹੁਤ ਵੱਡਾ ਸੰਕਟ ਹਾਇਰ ਐਜੂਕੇਸ਼ਨ ਨੂੰ ਕੈਨੇਡਾ ਦੇ ਵਿੱਚ ਖੜਾ ਹੋ ਸਕਦਾ। ਇਹਦੇ ਕੌਨਸੀਕੁਐਂਸਿਸ ਬਹੁਤ ਭੈੜੇ ਹੋ ਸਕਦੇ ਆ
ਔਰ ਬੜਾ ਇੱਕ ਤਬਾਹੀ ਵਾਲੀ ਗੱਲ ਜਿਹੜੀ ਹੋ ਸਕਦੀ ਹੈ। ਅੰਦਾਜ਼ਾ ਲਾ ਸਕਦੇ ਹੋ ਤੁਸੀਂ ਕਿ ਸਿਰਫ ਚਾਈਨੀਜ਼ ਸਟੂਡੈਂਟ ਇੱਥੇ ਇੱਕ ਸਾਲ ਦੇ ਵਿੱਚ 4 ਬਿਲੀਅਨ ਡਾਲਰ ਜਿਹੜੇ ਉਹ ਸਪੈਂਡ ਕਰਦੇ ਆ। ਔਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨਾ ਕਿ ਇੱਥੇ ਜਿਹੜਾ ਹੈਗਾ ਆ ਉਹ ਹਾਲ ਹੋ ਸਕਦਾ। 6,42,000 ਟੋਟਲ ਸਟੂਡੈਂਟ 2019 ਦੇ ਵਿੱਚ ਜਿਹੜਾ ਫੋਰਨ ਸਟੂਡੈਂਟ ਸੀ, ਇੰਡੀਆ ਤੋਂ ਵੀ, ਚਾਈਨਾ ਤੋਂ ਵੀ, ਬਾਕੀ ਸਾਰੇ ਦੇਸ਼ਾਂ ਤੋਂ ਮਿਲਾ ਕੇ ਇੱਥੇ ਪੜ੍ਹ ਰਿਹਾ ਸੀ। 6,42,000 ਔਰ 22% ਜਿਹੜੇ ਆ ਇਹ ਸਾਰੇ ਚਾਈਨਾ ਦੇ ਵਿੱਚੋਂ ਆਉਂਦੇ ਆ ਔਰ ਇੰਡੀਆ ਦੇ ਵਿੱਚੋਂ 34% ਆਉਂਦੇ ਆ। ਵੱਡੀ ਪਰਸੈਂਟੇਜ ਜਿਹੜੀ ਵੱਡੀ ਗਿਣਤੀ ਆ ਉਹ ਇੰਡੀਆ ਦੇ ਵਿੱਚੋਂ ਆਉਂਦੀ ਆ। ਇਸ ਵੇਲੇ ਇਮੀਗ੍ਰੇਸ਼ਨ ਜਿਹੜੀ ਆ ਉਹ ਡਿਪਾਰਟਮੈਂਟ ਜਿਹੜਾ ਆ ਇਸ ਗੱਲ ਦੇ ਲਈ ਤਿਆਰੀ ਕਰ ਰਿਹਾ ਕਿ ਜਦੋਂ ਹੀ ਇਹ ਪੈਂਡੈਮਿਕ ਖਤਮ ਹੁੰਦਾ ਉਹਦੇ ਤੋਂ ਬਾਅਦ ਬਹੁਤ ਸਾਰਾ ਬੋਝ ਡਿਪਾਰਟਮੈਂਟ ਦੇ ਉੱਤੇ ਪੈਣਾ। ਉਹਨਾਂ ਨੂੰ ਸਕਰੀਨਿੰਗ ਕਿੱਦਾਂ ਕਰਨੀ ਹੈ, ਉਹਨਾਂ ਨੂੰ ਵੈਬਸਾਈਟਸ ਦੇ ਉੱਤੇ ਹੈਂਡਲ ਕਿੱਦਾਂ ਕਰਨਾ, ਉਹਨਾਂ ਦੀ ਐਪਲੀਕੇਸ਼ਨ ਨੂੰ ਦੇਖਣਾ ਕਿੱਦਾਂ ਆ। ਇਸ ਵੇਲੇ ਜਿਹੜਾ ਟਾਈਮ ਆ ਉਹ ਦੱਸਿਆ ਜਾ ਰਿਹਾ ਕਿ ਇਸ ਗੱਲ ਦੇ ਉੱਤੇ ਚੱਲ ਰਿਹਾ। ਅਸੀਂ ਅਮਰੀਕਾ ਦੀ ਗੱਲ ਕਰਦੇ ਸੀ, ਬਹੁਤ ਸਾਰੇ ਬਿਜ਼ਨਸ ਉੱਥੇ ਜਿਹੜੇ ਕਲੋਜ਼ ਹੋਏ ਆ। 1,43,000 ਦੇ ਕਰੀਬ ਦੱਸਿਆ ਜਾ ਰਿਹਾ ਕਿ ਬਿਜ਼ਨਸ ਜਿਹੜੇ ਕਲੋਜ਼ ਹੋਏ ਆ ਔਰ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਪੱਕੇ ਜਿਹੜੇ ਬੰਦ ਹੋ ਰਹੇ ਆ। 50,000 ਦੇ ਕਰੀਬ, ਰਫਲੀ 35% ਬਿਜ਼ਨਸ ਜਿਹੜੇ ਆ ਉਹ ਕਹਿੰਦੇ ਸਾਡੀ ਹਿੰਮਤ ਨਹੀਂ, ਅਸੀਂ ਦੁਬਾਰਾ ਖੁੱਲਾਂਗੇ ਕਦੇ, ਕਿਉਂਕਿ ਨੁਕਸਾਨ ਹੀ ਇੰਨਾ ਹੋ ਗਿਆ ਕਿ ਇਹਦੇ ਵਿੱਚੋਂ ਬਾਹਰ ਨਿਕਲਣਾ ਬਹੁਤ ਔਖਾ ਆ। ਇਸ ਪੈਂਡੈਮਿਕ ਦਾ ਇੰਨਾ ਵੱਡਾ ਇਫੈਕਟ ਪਿਆ। US ਦਾ ਇੱਕ ਬਹੁਤ ਹੀ ਪੋਪੂਲਰ ਜਿਮ ਦੀ ਚੇਨ ਆ 24 ਆਵਰ ਫਿਟਨੈਸ, ਉਹਨਾਂ ਦੇ ਜਿੱਥੇ ਬਹੁਤ ਸਾਰੀਆਂ ਲੋਕੇਸ਼ਨਸ ਆ, ਉਹਨਾਂ ਦੀਆਂ ਜਿਹੜੀਆਂ 100 ਜਿਮਸ ਆ, ਉਹਨਾਂ ਨੇ ਉਹ ਬੰਦ ਕਰਨ ਦੀ ਗੱਲ ਕੀਤੀ ਹੈ। ਰਾਸ਼ਟਰਪਤੀ ਟਰੰਪ ਹੁਣੀ ਇਹ ਗੱਲ ਕਹਿ ਰਹੇ ਆ ਕਿ ਜੇਕਰ ਅਸੀਂ ਰਾਈਟ ਨਾਓ ਜਿਹੜੀ ਟੈਸਟਿੰਗ ਆ ਉਹਨੂੰ ਬੰਦ ਕਰ ਦਈਏ ਤਾਂ ਸਾਡੇ ਕੋਲ ਸ਼ਾਇਦ ਬਹੁਤ ਥੋੜ੍ਹੇ ਕੇਸਿਸ ਆਉਣਗੇ। ਨਿਊ ਜਰਸੀ ਦੇ ਗਵਰਨਰ ਨੇ ਗੱਲ ਕਹੀ ਹੈ ਕਿ ਅਸੀਂ ਇਹ ਸਾਰਾ ਕੁਝ ਦੁਬਾਰਾ ਬੰਦ ਕਰ ਸਕਦੇ ਹਾਂ ਜੇ ਜਿਹੜੇ ਰੂਲਸ ਆ ਉਹਨਾਂ ਨੂੰ ਫੋਲੋ ਨਾ ਕੀਤਾ ਗਿਆ। ਇਹਦੇ ਨਾਲ ਦੋਸਤੋ ਬੀਜਿੰਗ ਦੇ ਵਿੱਚ ਤੁਹਾਨੂੰ ਪਤਾ ਚੀਨ ਤੋਂ ਜਿੱਥੋਂ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਹੰਡਰਡਸ ਆਫ ਥਾਊਜ਼ੈਂਡਸ ਜਿਹੜੇ ਹੈਗੇ ਆ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਕਰੋਨਾ ਵਾਇਰਸ ਦੇ ਲਈ, ਕਿਉਂਕਿ ਉੱਥੇ ਬੜਾ ਇੱਕ ਵੱਖਰੇ ਕਿਸਮ ਦਾ ਇਸ ਚੀਨ ਦੀ ਜਿਹੜੀ ਰਾਜਧਾਨੀ ਆ ਉੱਥੇ ਦੁਬਾਰਾ ਗੱਲਬਾਤ ਵਾਇਰਸ ਦੀ ਜਿਹੜੀ ਨਜ਼ਰ ਆ ਰਹੀ ਆ। ਵੱਡੀ ਜਿਹੜੀ ਉੱਥੇ ਟੈਸਟਿੰਗ ਹੋ ਰਹੀ ਆ। ਵੱਖ ਯੂਰਪ ਦੇ ਵਿੱਚ ਟਰੈਵਲ ਰਿਸਟ੍ਰਿਕਸ਼ਨਸ ਚੱਕੀਆਂ ਜਾ ਰਹੀਆਂ। ਸਮਰ ਆ ਅੱਗੇ, ਵਕੇਸ਼ਨ ਆ। ਗ੍ਰੀਸ ਨੇ ਆਪਣੇ ਬਹੁਤ ਸਾਰੇ ਏਅਰਪੋਰਟਸ ਓਪਨ ਕਰ ਦਿੱਤੇ ਆ ਕੁਛ ਜਿਹੜੇ ਇੰਟਰਨੈਸ਼ਨਲ ਟੂਰਿਸਟ ਦੇ ਲਈ, ਔਰ ਕਾਫੀ ਜਿਹੜਾ ਇਹ ਮਾਹੌਲ ਇਸ ਵੇਲੇ ਹੈਗਾ। ਦੂਜੀ ਗੱਲ ਖਾਸ ਕਰ ਪੂਰੀ ਦੁਨੀਆ ਦੇ ਵਿੱਚ ਹੀ, ਔਰ ਜਦੋਂ ਅਸੀਂ ਕੈਨੇਡਾ ਦੀ ਵੀ ਗੱਲ ਕਰ ਰਹੇ ਹਾਂ, ਰੀਫਾਈਨੈਂਸਿੰਗ ਬਾਰੇ ਬਹੁਤ ਸਾਰੇ ਲੋਕ ਸੋਚ ਰਹੇ ਆ। ਇੱਕ ਬੜੀ ਇਹ ਖਬਰ ਹੈਗੀ ਆ, ਤੁਹਾਨੂੰ ਪਤਾ ਬੈਂਕ ਆਫ ਕੈਨੇਡਾ ਨੇ ਪਿਛਲੇ ਸਮੇਂ ਦੇ ਵਿੱਚ ਆਪਣਾ ਇੰਟਰਸਟ ਰੇਟ ਜਿਹੜੀ ਵਿਆਜ ਦਰ ਆ ਉਹ ਬਹੁਤ ਸਾਰੀ ਘਟਾ ਦਿੱਤੀ। ਕਰਜ਼ਾ ਲਗਭਗ ਸਾਰਿਆਂ ਦੇ ਸਿਰ ਦੇ ਉੱਤੇ ਹੈਗਾ। ਸੋ ਇਸ ਵੇਲੇ ਲੋਕ ਰੀਫਾਈਨੈਂਸ ਵਾਲੇ ਪਾਸੇ ਨੂੰ ਕਾਫੀ ਹੱਦ ਤੱਕ ਜਾ ਰਹੇ ਆ ਕਿ ਇਹ ਜਿਹੜਾ ਘੱਟ ਰੇਟ ਆ ਇਹਦੇ ਲਈ ਅਸੀਂ ਲੈ ਸਕੀਏ। ਆਪਣੇ ਬੈਂਕ ਨੂੰ, ਆਪਣੇ ਲੈਂਡਰ ਨੂੰ ਪੁੱਛ ਰਹੇ ਆ ਔਰ ਤੁਹਾਨੂੰ ਕਹਿੰਦੇ 2.14% ਤੱਕ ਰੇਟ ਮਿਲ ਸਕਦਾ। 2.14% ਤੱਕ ਇੰਟਰਸਟ ਰੇਟ ਦੇ ਉੱਤੇ ਤੁਹਾਨੂੰ ਮੌਰਗੇਜ ਮਿਲ ਸਕਦੀ ਆ। 2016 ਦੇ ਵਿੱਚ ਇਹ ਰੇਟ ਸਭ ਤੋਂ ਪਹਿਲਾਂ ਮਤਲਬ ਆਖਰੀ ਵਾਰ ਜਿਹੜਾ ਸੀਗਾ ਉਹਦੇ ਤੋਂ ਬਾਅਦ ਹੁਣ ਇਹ ਰੇਟ ਇੱਥੇ ਆਇਆ। ਔਰ ਇਹਨੂੰ ਸਮਝਾਉਣ ਦੇ ਲਈ ਜਿਹੜੇ ਮਾਹਰ ਆ ਉਹ ਉਦਾਹਰਨ ਦੇ ਰਿਹਾ ਕਿ ਜੇ 5 ਲੱਖ ਦੀ ਮੌਰਗੇਜ ਆ 4% ਦੇ ਉੱਤੇ ਤੁਸੀਂ ਲਈ ਆ ਫਿਕਸ ਰੇਟ ਦੇ ਉੱਤੇ 20 ਸਾਲ ਦੀ ਐਮੋਰਟਾਈਜੇਸ਼ਨ ਦੇ ਲਈ, ਤਾਂ ਟੋਟਲ ਜਿਹੜਾ ਤੁਸੀਂ ਇੰਟਰਸਟ ਉਹਦੇ ਵਿੱਚ 5 ਈਅਰ ਟਰਮ ਦੇ ਵਿੱਚ ਹੈਗਾ ਕਿ 90,000 ਤੁਸੀਂ ਲਗਭਗ ਦਿੰਦੇ ਆ। ਅਤੇ ਜੇ ਉਹੀ ਮੌਰਗੇਜ ਤੁਹਾਨੂੰ 2.69 ਦੇ ਉੱਤੇ ਮਿਲ ਜਾਵੇ, ਜਿਹੜਾ ਕਿ ਰੇਟ ਅੱਜ ਕੱਲ੍ਹ ਚੱਲਦਾ ਹੀ ਆ, ਤਾਂ ਤੁਸੀਂ 60,000 ਪੇ ਕਰੋਗੇ। ਮਤਲਬ $329 ਇੱਕ ਮਹੀਨੇ ਦੇ 20 ਸਾਲ ਦੀ ਮੌਰਗੇਜ ਦੇ ਵਿੱਚੋਂ ਤੁਸੀਂ ਹਰ ਮਹੀਨੇ ਬਚਾਉਣ ਲੱਗ ਪੈਂਦੇ ਆ। ਅਤੇ ਟੋਟਲ $6300 ਇੱਕ ਸਾਲ ਦਾ ਅਤੇ $31,960 ਜਿਹੜੇ ਆ ਪੂਰੀ 5 ਈਅਰ ਦੀ ਟਰਮ ਦੇ ਵਿੱਚ। ਸੋ ਰੀਫਾਈਨੈਂਸਿੰਗ ਬਾਰੇ ਵੀ ਲੋਕ ਗੱਲਾਂ ਕਰ ਰਹੇ ਆ ਆਪਣੇ ਲੈਂਡਰ, ਆਪਣੇ ਬੈਂਕ ਦੇ ਨਾਲ। ਬਹੁਤ ਸਾਰੀਆਂ ਗੱਲਾਂ ਦੋਸਤੋ ਹੋਰ ਤੁਹਾਡੇ ਨਾਲ ਕਰਨ ਵਾਲੀਆਂ। ਇਹ ਤੋਂ ਪਹਿਲਾਂ ਕਿ ਬਾਕੀ ਗੱਲਾਂ ਕਰੀਏ, ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਨੇ। ਉਹਨਾਂ ਦੇ ਨਾਲ ਅਸੀਂ COVID-19 ਬਾਰੇ ਕੁਛ ਅਪਡੇਟਸ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਖਾਣ ਪੀਣ ਵਾਲੀਆਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਹਦੇ ਬਾਰੇ ਖਾਸ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਜੀ ਆਇਆਂ ਨੂੰ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਕੋਵਿਡ-19 ਬਾਰੇ ਕੋਈ ਅਪਡੇਟ ਹੈ ਤਾਂ ਦੱਸਿਓ। ਪਤਾ ਲੱਗ ਰਿਹਾ ਕਿ ਜਿਹੜੀ ਹਾਈਡਰੋਕਸੀ ਕਲੋਰੋਕੁਈਨ ਸੀ ਉਹਦੇ ਬਾਰੇ ਆ ਗਿਆ ਕਿ ਇਹਦਾ ਕੋਈ ਫਾਇਦਾ ਨਹੀਂ ਹੈ, ਤਾਂ ਬਿਲਕੁਲ ਐਵੇਂ ਵਰਤੀ ਗਏ। ਕੋਈ ਹੋਰ ਗੱਲਬਾਤ ਆ ਉਹ ਸਾਨੂੰ ਅਪਡੇਟ ਦਿਓ ਜੀ। ਇਹ ਤੋਂ ਪਹਿਲਾਂ ਕਿਸੇ ਬਲੱਡ ਪ੍ਰੈਸ਼ਰ ਵਾਲੇ ਮੁੱਦੇ ਤੇ ਆਈ ਜੀ। ਸੋ ਕੈਨੇਡਾ ਦੀ ਸਥਿਤੀ ਕਾਫੀ ਠੀਕ ਹੈ ਔਰ ਬ੍ਰਿਟਿਸ਼ ਕੋਲੰਬੀਆ ਬਹੁਤ ਵਧੀਆ। ਪਿਛਲੇ 72 ਘੰਟੇ 'ਚ ਸਾਡੇ ਕੋਲ 36 ਕੇਸਿਸ ਆਏ, ਸੋ ਆਪਾਂ ਇੱਕ ਦਿਨ 'ਚ ਕਹਿ ਸਕਦੇ ਹਾਂ 12 ਤੇ ਮੌਤ ਕੋਈ ਨਹੀਂ ਹੋਈ। ਤੇ ਕਰੀਬਨ ਪਿਛਲੇ 10 ਦਿਨ 'ਚ ਬ੍ਰਿਟਿਸ਼ ਕੋਲੰਬੀਆ ਦੀ ਕਰਵ ਜਿਹੜੀ ਹੈਗੀ ਹੈ ਫਲੈਟ ਹੈ ਲਗਭਗ। ਔਰ ਮੈਨੂੰ ਆਸ ਹੈਗੀ ਆ ਵੀ ਆਪਾਂ ਫੇਜ਼ 3 'ਚ ਇਸ ਮਹੀਨੇ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫਤੇ ਤੇ ਜਾਵਾਂਗੇ, ਜਿੱਥੇ ਹੋਰ ਖੁੱਲ ਮਿਲੇਗੀ। ਸੋ ਇਹ ਅੱਛੀ ਗੱਲ ਹੈਗੀ ਆ, ਕਿਉਂਕਿ ਅਸੀਂ ਜਦੋਂ ਫੇਜ਼ 2 'ਚ ਗਏ ਕਰੀਬਨ ਹੁਣ 3 ਹਫ਼ਤੇ ਤੋਂ ਉੱਤੇ ਹੋ ਗਿਆ, ਕੋਈ ਜ਼ਿਆਦਾ ਹਸਪੀਟਲ 'ਚ ਲੋਕੀ ਨਹੀਂ ਗਏ, ਸਿਰਫ 18 ਲੋਕ ਹੈਗੇ ਆ ਔਰ ਉਹ 'ਚੋਂ ਸਿਰਫ 4 ਲੋਕ ਆਈਸੀਯੂ 'ਚ ਆ। ਕੈਨੇਡਾ ਦੇ ਵਿੱਚ ਵੀ ਜਿੱਥੇ ਬਹੁਤ ਕੇਸਿਸ ਵੱਧਦੇ ਸੀ, ਹੁਣ ਕਰੀਬਨ 400 ਜਾਂ ਉਸ ਤੋਂ ਘੱਟ ਹੀ ਹੁੰਦੇ ਆ ਐਵਰੀ ਡੇ, ਔਰ ਕੁਝ ਇੱਕ ਮੌਤਾਂ ਹੁੰਦੀਆਂ ਮੋਸਟਲੀ ਓਨਟਾਰੀਓ ਜਾਂ ਕਿਊਬੈਕ 'ਚ। ਅਮਰੀਕਾ 'ਚ ਵੀ ਥੋੜਾ ਘਟ ਰਿਹਾ, ਲੇਕਿਨ ਉਹਨਾਂ ਦੀ ਪ੍ਰੋਜੈਕਸ਼ਨ ਹੈਗੀ ਆ ਵੀ ਇਸ ਮਹੀਨੇ ਦੇ ਅਖੀਰ ਤੱਕ 1,30,000 ਸ਼ਾਇਦ ਉੱਥੇ ਵਿਅਕਤੀ ਜਿਹੜਾ ਹੈਗਾ ਦਮ ਤੋੜ ਜਾਣ। ਇਸ ਵੇਲੇ ਤੁਹਾਨੂੰ ਪਤਾ ਹੀ ਹੈ ਕਾਫੀ ਟਰਬਲ ਉੱਥੇ ਚੱਲ ਰਹੀ ਆ। ਹਾਈਡਰੋਕਸੀ ਕਲੋਰੋਕੁਈਨ ਜਿਹੜੀ ਅਮਰੀਕਾ ਨੇ, ਜਦੋਂ ਟਰੰਪ ਸਾਹਿਬ ਨੇ ਉਹਦੀ ਬਹੁਤ ਵੱਡੀ ਪ੍ਰੋਮੋਸ਼ਨ ਕੀਤੀ ਸੀ ਵੀ ਇਹਨੂੰ ਐਮਰਜੈਂਸੀ ਯੂਜ਼ ਕੀਤਾ ਜਾਏ ਵਗੈਰਾ, ਅੱਜ ਉਹਨਾਂ ਦੀ ਜਿਹੜੀ ਮੈਡੀਕਲ ਅਥਾਰਟੀ ਉਹਨਾਂ ਨੇ ਉਹਨੂੰ ਪੁੱਲ ਆਊਟ ਕਰ ਦਿੱਤਾ। ਇਹ ਇਸ ਲਈ ਕਿਉਂਕਿ ਬੜਾ ਸਾਰਾ ਰਿਸਰਚ ਆਇਆ ਵੀ ਨਾ ਤਾਂ ਇਹ ਪ੍ਰੀਵੈਂਟ ਕਰਨ 'ਚ ਹੈਲਪ ਕਰਦੀ ਆ ਤੇ ਨਾ ਹੀ ਇਹ ਟ੍ਰੀਟਮੈਂਟ 'ਚ ਹੈਲਪ ਕਰਦੀ ਹੈ। ਵੀ ਜਿਹਨੂੰ ਕੋਵਿਡ ਹੋ ਜਾਏ ਨਾ ਉਹਦਾ ਇਲਾਜ ਕਰ ਪਾਉਂਦੀ ਆ ਤੇ ਨਾ ਇਹ ਪ੍ਰੀਵੈਂਟ ਕਰ ਪਾਉਂਦੀ ਆ। ਹੁਣ ਜਿਹੜੇ ਵੈਕਸੀਨਸ ਹੈਗੇ ਆ ਉਹ ਫਿਰ ਥੋੜੇ ਬਹੁਤ ਸੁਰਖੀਆਂ 'ਚ ਆ ਰਹੇ ਆ। 3 ਇਹਦੇ ਵਿੱਚ ਮੇਨ ਲੀਡਰ ਆ। ਇੱਕ ਅਮਰੀਕਾ ਦੀ ਜਿਹੜੀ ਮੋਡਰਨਾ ਜਿਹੜੀ ਹੈਗੀ ਆ, ਉਹ ਕਹਿ ਰਹੀ ਹੈ ਵੀ ਸਾਡੇ ਫੇਜ਼ 3 ਟ੍ਰਾਇਲ ਜਿਹੜੇ ਹੈਗੇ ਜੁਲਾਈ ਤੋਂ ਸ਼ੁਰੂ ਹੋ ਜਾਣੇ ਆ, ਵੀ ਸਾਨੂੰ ਫੇਜ਼ 2 ਦੇ ਵਿੱਚ ਵੀ ਸਕਸੈਸ ਮਿਲ ਰਹੀ ਹੈ, ਲੇਕਿਨ ਡੇਟਾ ਪਬਲਿਸ਼ ਨਹੀਂ ਹੋਇਆ। ਔਰ ਉਹ ਕਹਿ ਰਹੇ ਆ ਹੋ ਸਕਦਾ ਇਸ ਸਾਲ ਦੇ ਅਖੀਰ 'ਚ ਜਾਂ ਅਗਲੇ ਸਾਲ ਤੱਕ ਅਸੀਂ ਇਹਨੂੰ ਲੈ ਕੇ ਆਈਏ, ਅਰਲੀ ਨੈਕਸਟ ਈਅਰ। ਜਿਹੜੀ ਆਕਸਫੋਰਡ ਵਾਲੇ ਜਿਹੜੇ ਮੋਡਰਨਾ, ਉਹ 30,000 ਜਿਹੜੇ ਪੇਸ਼ੈਂਟ ਹੈਗੇ ਆ ਜਾਂ ਕੈਂਡੀਡੇਟ ਹੈਗੇ ਆ ਜਾਂ ਵੋਲੰਟੀਅਰ, ਉਹਨਾਂ ਨੂੰ ਐਨਰੋਲ ਕਰਨਗੇ। ਜਿਹੜੇ ਆਕਸਫੋਰਡ ਆ ਐਸਟਰਾਜ਼ੈਨੇਕਾ ਦੇ ਨਾਲ ਜਿਨ੍ਹਾਂ ਦੀ ਸੰਧੀ ਆ, ਉਹ ਕਹਿੰਦੇ ਅਸੀਂ 45,000 ਜਿਹੜੇ ਹੈਗੇ ਆ ਵੋਲੰਟੀਅਰ ਅਸੀਂ ਐਨਰੋਲ ਕਰਾਂਗੇ। ਇਹ ਵੀ ਜੁਲਾਈ ਤੋਂ ਉਹਨਾਂ ਦੀ ਫੇਜ਼ 3 ਸ਼ੁਰੂ ਹੋਣੀ ਆ। ਜਿਹੜੀ ਕੈਨੇਡਾ ਦੀ ਸੰਧੀ ਹੈਗੀ ਆ ਉਹ ਕੈਨਸਾਈਨੋ ਜਾਂ ਕੈਨਸੀਨੋ, ਜਿਹੜੀ ਬੀਜਿੰਗ ਦੀ ਆ, ਉਹਨਾਂ ਦੀ ਗਵਰਨਮੈਂਟ ਕੰਟਰੋਲ ਬਾਡੀ ਹੈਗੀ ਆ, ਬਾਇਓਟੈਕ ਕੰਪਨੀ, ਉਹ ਡੇਟਾ ਪਬਲਿਸ਼ ਨਹੀਂ ਕਰਦੇ, ਲੇਕਿਨ ਉਹ ਵੀ ਕਹਿ ਰਹੇ ਵੀ ਅਸੀਂ ਫੇਜ਼ 3 'ਚ ਜਾਣਾ। ਮੋਡਰਨਾ ਔਰ ਆਕਸਫੋਰਡ ਵਾਲੇ ਡੇਟਾ ਪਬਲਿਸ਼ ਕਰਦੇ ਆ ਔਰ ਜਦੋਂ ਆਉਂਦਾ ਇਨਫੋਰਮੇਸ਼ਨ ਦਿੰਦੇ ਆ। ਸੋ ਇਹ 3 ਮੋਢੀ ਹੋ ਗਏ ਆ ਵੈਕਸੀਨ ਦੇ ਵਿੱਚ। ਅੱਗੇ ਚੱਲ ਕੇ ਸਾਨੂੰ ਆਸ ਹੈਗੀ ਆ ਵੀ ਕੋਈ ਨਾ ਕੋਈ ਤੇ ਵੈਕਸੀਨ ਲੈ ਕੇ ਆਊਗਾ। ਹੁਣ ਜਿਹੜੀ ਸਾਡੇ ਮਤਲਬ ਆਵਾਮ ਹੈਗਾ, ਮੈਂ ਦੇਖਿਆ ਇਸ ਵੀਕਐਂਡ 'ਚ ਮੈਂ ਵੀ ਕਾਫੀ ਆਪਣੇ ਮਦਰ ਦੇ ਨਾਲ ਤੇ ਮਿਸਿਸ ਦੇ ਨਾਲ ਗਿਆ। ਸੋ ਰੈਸਟੋਰੈਂਟ ਵੀ ਖੁੱਲੇ ਆ, ਬਕਾਇਦਾ ਉਹ ਸੋਸ਼ਲ ਡਿਸਟੈਂਸ ਜਾਂ ਫਿਜ਼ੀਕਲ ਡਿਸਟੈਂਸ ਰੱਖੀ ਜਾ ਰਹੀ ਆ। ਜਿਹੜੇ ਸਰਵਰਸ ਆ ਉਹਨਾਂ ਨੇ ਨਾਨ ਮੈਡੀਕਲ ਮਾਸਕ ਪਾਏ ਕਾਲੇ ਰੰਗ ਦੇ, ਜਿਹੜੇ ਬਹੁਤ ਵਧੀਆ ਔਰ ਅੱਛਾ ਚੱਲ ਰਿਹਾ। ਔਰ ਮੈਨੂੰ ਪਤਾ ਵੀ ਲੋਕੀ ਚਾਹੁੰਦੇ ਆ ਵੀ ਅਸੀਂ ਉਸ ਮੋਡ 'ਚ ਜਾਈਏ, ਲੇਕਿਨ ਸਾਡੇ ਜਿਹੜੇ ਸਿਹਤ ਦੇ ਮਾਹਿਰ ਨੇ, ਡਾਕਟਰ ਬੋਨੀ ਹੈਨਰੀ, ਉਹ ਕਹਿੰਦੇ ਆ ਵੀ ਇਸ ਸਾਲ ਰੱਬ ਦਾ ਵਾਸਤਾ ਵੀ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਹੀ ਸਮਰ ਬਿਤਾਓ। ਹੋ ਸਕਦਾ ਤੇ ਤੁਹਾਡੇ ਘਰ ਦੇ ਲਾਗੇ ਚਾਗੇ ਜਾਂ ਥੋੜਾ ਬਹੁਤ ਟਰੈਵਲ ਕਰੋ। ਕਈ ਛੋਟੀ ਕਮਿਊਨਿਟੀਜ਼ ਹੈਗੀਆਂ, ਉਹ ਥੋੜਾ ਜਿਹਾ ਅਨਈਜ਼ੀ ਵੀ ਫੀਲ ਕਰਦੀਆਂ ਵੀ ਸ਼ਹਿਰ ਵਾਲੇ ਬੰਦੇ ਬਿਮਾਰੀ ਸਾਡੀ ਕਮਿਊਨਿਟੀ 'ਚ ਨਾ ਲੈ ਆਉਣ। ਕੁਝ ਕਮਿਊਨਿਟੀਜ਼ ਦੇ ਵਿੱਚ ਚੀਜ਼ਾਂ ਨਹੀਂ ਖੁੱਲਣੀਆਂ, ਤੁਹਾਨੂੰ ਫਿਰ ਜਾਣਕਾਰੀ ਕਰਕੇ ਤੇ ਥੋੜਾ ਸੱਭਿਅ ਰਹਿਣ ਦੀ ਲੋੜ ਹੈ, ਕਾਈਂਡ, ਕਾਮ ਤੇ ਕੰਪੋਜ਼ ਰਹਿਣ ਦੀ ਲੋੜ ਹੈ। ਲੇਕਿਨ ਇਸ ਸਾਲ ਉਹ ਜ਼ਰੂਰ ਕਹਿੰਦੇ ਆ ਵੀ ਵੈਕੇਸ਼ਨ ਆਪਾਂ ਲੋਕਲੀ ਰੱਖੀਏ, ਲੰਬੇ ਚੌੜੇ ਪਲਾਨ ਨਾ ਬਣਾਈਏ। ਬਲੱਡ ਪ੍ਰੈਸ਼ਰ ਦੀ ਤੁਸੀਂ ਗੱਲ ਕਰ ਰਹੇ ਸੀ ਜੀ। ਜੀ ਡਾਕਟਰ ਸਾਹਿਬ, ਬਲੱਡ ਪ੍ਰੈਸ਼ਰ ਬਾਰੇ ਇੱਕ ਸਵਾਲ ਸੀਗਾ ਲੋਕਾਂ ਦਾ। ਉਹ ਕਹਿੰਦੇ ਡਾਕਟਰ ਸਾਹਿਬ ਨੂੰ ਇਹ ਪੁੱਛੋ ਵੀ ਬਲੱਡ ਪ੍ਰੈਸ਼ਰ ਵਾਲੇ ਨੂੰ ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ, ਕਿਹੜੀਆਂ ਚੀਜ਼ਾਂ ਜਾਂ ਕੋਈ ਦੇਸੀ ਚੀਜ਼ਾਂ ਹੈਗੀਆਂ ਜਿਹਦੇ ਨਾਲ ਬਲੱਡ ਪ੍ਰੈਸ਼ਰ ਵੈਸੇ ਘਟ ਜਾਵੇ, ਕੋਈ ਇਦਾਂ। ਇਹ ਖਾਣ ਪੀਣ ਸੰਬੰਧੀ ਕੀ ਇਹਦਾ ਫੰਡਾ ਹੈਗਾ ਜੀ? ਬਹੁਤ ਸੋਹਣਾ ਕੁਐਸਚਨ ਔਰ ਬੜਾ ਪ੍ਰੈਕਟੀਕਲ ਕੁਐਸਚਨ ਹੈ ਔਰ ਬੜਾ ਲਾਭਦਾਇਕ ਕੁਐਸਚਨ ਹੈ। ਔਰ ਲੋਕੀ ਅਗਰ ਇਹਨੂੰ ਪੱਲੇ ਬੰਨ ਲੈਣ, ਖਾਸ ਕਰਕੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੋਇਆ, ਉਹ ਕਾਫੀ ਆਪਣੀ ਡਾਈਟ ਦੇ ਨਾਲ ਹੀ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹਨੂੰ ਮੇਨਟੇਨ ਕਰ ਸਕਦੇ ਆ। ਸੋ ਪਹਿਲਾਂ ਮੈਂ ਦੱਸਣਾ ਚਾਹੁੰਦਾ ਕੈਲੋਰੀ, CALORI। ਕੈਲੋਰੀ ਇੱਕ ਯੂਨਿਟ ਹੁੰਦਾ ਊਰਜਾ ਦਾ ਜਾਂ એનર્ਜੀ ਦਾ। ਸੋ ਜਿਹੜੇ ਮਾਹਿਰ ਆ ਉਹ ਕਹਿੰਦੇ ਆ ਵੀ ਇੱਕ ਸਧਾਰਨ ਜਿਹੜਾ ਬੰਦਾ ਆ, ਐਡਲਟ, ਉਹਨੂੰ ਕਰੀਬਨ 2500 ਕੈਲੋਰੀ ਚਾਹੀਦੀਆਂ ਪੂਰੇ ਦਿਨ 'ਚ
ਤਾਂ ਕਿ ਉਹ ਆਪਣੇ ਦਿਨ ਦੀ ਸਾਰੀ ਜਿਹੜੀ ਕਿਰਿਆ ਕਰ ਸਕੇ। ਜਿੱਦਾਂ ਹੁਣ ਕਾਰ 'ਚ ਆਪਾਂ ਪੈਟਰੋਲ ਪਾਉਂਦੇ ਆ, ਡੀਜ਼ਲ ਪਾਉਂਦੇ, ਕਾਰ ਚੱਲਦੀ ਆ, ਸੋ ਉਹਦਾ ਬੋਡੀ ਨੂੰ ਊਰਜਾ ਐਨਰਜੀ ਚਾਹੀਦੀ, ਉਹਨੂੰ ਆਪਾਂ ਕੈਲੋਰੀਜ਼ ਕਹਿੰਦੇ ਆ। ਤੇ ਜਿਹੜੀ ਲੇਡੀਜ਼ ਆ ਉਹਨੂੰ ਕਰੀਬਨ 2000 ਕੈਲੋਰੀਜ਼ ਚਾਹੀਦੀਆਂ। ਸੋ ਪਹਿਲਾਂ ਤਾਂ ਉਹ ਕਹਿੰਦੇ ਆ ਵੀ ਅਗਰ ਬੰਦਾ 2500 ਤੋਂ 2000 ਚ ਆਏ, ਤੇ ਲੇਡੀ ਜਿਹੜੀ ਹੈਗੀ ਆ ਉਹ 2000 ਤੋਂ ਈਵਨ 1500 ਤੋਂ 1800 ਤੇ ਚਲੀ ਜਾਏ, ਕੈਲੋਰੀਜ਼ ਘਟਾ ਲੇ ਪਹਿਲੋਂ, ਤੇ ਉਹੀ ਚੰਗੀ ਗੱਲ ਹੁੰਦੀ ਆ ਜਿਹੜਾ ਹਾਈ ਬਲੱਡ ਪ੍ਰੈਸ਼ਰ ਵਾਲਾ ਉਹਨੂੰ। ਸੋ ਇਹਨਾਂ ਨੂੰ ਆਪਣੀ ਨਾ ਕੈਲੋਰਿਕ ਇਨਟੇਕ ਵਾਚ ਕਰਨੀ ਪੈਣੀ। ਔਰ ਅੱਜ ਕੱਲ ਤੇ ਇੰਨਾ ਸੌਖਾ ਹੋ ਗਿਆ, ਤੁਹਾਡੇ ਕੋਲ ਬੜੇ ਪ੍ਰੋਗਰਾਮ ਹੈਗੇ ਆ, ਤੁਸੀਂ ਡਾਊਨਲੋਡ ਕਰ ਸਕਦੇ ਆਪਣੇ ਸਮਾਰਟਫੋਨ 'ਚ। ਇਵੇਂ ਤੁਹਾਡਾ ਕੈਮਰਾ ਜਿਹੜਾ ਹੈਗਾ ਨਾ, ਜਿੱਥੇ ਸਕੈਨਰ ਨਹੀਂ ਹੁੰਦਾ, ਜਦੋਂ ਆਪਾਂ ਕੋਈ ਚੀਜ਼ ਬਾਏ ਕਰੀਏ ਤਾਂ ਗਰੋਸਰੀ ਸਟੋਰ ਤੋਂ ਸਕੈਨ ਕਰ ਕਰਕੇ ਉਹ ਰੀਡ ਕਰੀ ਜਾਂਦਾ ਵੀ ਕੀ ਹੈਗੀ ਸੀ, ਕੀ ਪ੍ਰਾਈਸ ਸੀ। ਉਹ ਸਕੈਨਰ, ਲੇਜ਼ਰ ਸਕੈਨਰ ਤੋਂ ਵੀ ਕੈਲੋਰੀਜ਼ ਜਿਹੜੀ ਹੈਗੀ ਤੁਹਾਡਾ ਫੋਨ ਜਿਹੜਾ ਹੈਗਾ ਪਕੜ ਸਕਦਾ, ਕੋਈ ਵੀ ਚੀਜ਼ ਤੁਸੀਂ ਖਾ ਰਹੇ। ਹੁਣ ਅੱਜ ਕੱਲ ਨਾ ਰੈਸਟੋਰੈਂਟਸ ਵੀ, ਚਲੋ ਹੁਣ ਤਾਂ ਮੈਨਿਊ ਰੈਸਟੋਰੈਂਟ ਵਾਲੇ ਨਹੀਂ ਦਿੰਦੇ, ਲੇਕਿਨ ਕਈ ਰੈਸਟੋਰੈਂਟਸ ਨੇ ਆਪਣੇ ਮੈਨਿਊ 'ਚ ਵੀ ਲਿਖਿਆ ਸੀ ਵੀ ਇੰਨੀ ਕੈਲੋਰੀਜ਼ ਹੈ। ਔਰ ਅਗਰ ਤੁਸੀਂ ਡਰਾਈਵ ਥਰੂ ਕਰਕੇ ਜਾਓ ਫਾਸਟ ਫੂਡ ਚੇਨ, ਉਹਨਾਂ ਨੇ ਬਕਾਇਦਾ ਹੁਣ ਕੈਲੋਰੀਜ਼ ਲਿਖੀਆਂ ਹੋਈਆਂ, ਇਵਨ ਅਗਰ ਤੁਸੀਂ ਮੈਕਡੋਨਲਡ ਜਾਂ ਹੋਰ ਡਰਾਈਵ ਥਰੂ ਤੇ ਜਾਓਗੇ। ਸੋ ਪਹਿਲਾਂ ਤਾਂ ਤੁਹਾਨੂੰ ਕੈਲੋਰੀ ਦਾ ਬਹੁਤ ਹੋਣਾ ਚਾਹੀਦਾ। ਦੂਜੀ ਗੱਲ ਹੈਗੀ ਆ ਵੀ ਲੂਣ ਬਹੁਤ ਇੰਪੋਰਟੈਂਟ ਹੈ, ਵੀ ਤੁਹਾਡਾ ਸੋਡੀਅਮ ਜਿਹੜਾ ਹੈਗਾ ਉਹ 2300 ਮਿਲੀਗ੍ਰਾਮ ਤੋਂ ਉੱਤੇ ਨਾ ਹੋਏ, ਜਿਹੜਾ ਕਰੀਬਨ ਇੱਕ ਚਮਚ ਬਣਦਾ। ਔਰ ਡਾਕਟਰ ਕਈ ਵਾਰ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਤੇ ਘਟਾ ਕੇ ਤੁਹਾਡਾ 1500 ਚ ਵੀ ਲੈ ਕੇ ਆ ਸਕਦੇ ਆ, ਜਿਹੜਾ ਕਰੀਬਨ ਅੱਧੇ ਚਮਚ ਤੋਂ ਥੋੜਾ ਜ਼ਿਆਦਾ ਹੁੰਦਾ, ਕਿਉਂਕਿ 60% ਸੋਡੀਅਮ ਹੁੰਦਾ, 40% ਕਲੋਰਾਈਡ ਹੁੰਦਾ। ਤੀਜੀ ਗੱਲ ਉਹਨੂੰ ਕਹਿੰਦੇ ਡੈਸ਼ ਡਾਈਟ, DASH। ਇਹਦਾ ਅਰਥ ਆ ਡਾਈਟਰੀ ਅਪਰੋਚ ਟੂ ਸਟਾਪ ਹਾਈਪਰਟੈਂਸ਼ਨ, ਵੀ ਤੁਹਾਡੇ ਖਾਣੇ ਕਿਹੜੇ ਹੋਣਗੇ ਜਿਨ੍ਹਾਂ ਨੇ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹ ਹੋਣ ਤੋਂ ਤੁਹਾਨੂੰ ਬਚਾਉਣਾ, ਜਾਂ ਹੋ ਗਿਆ ਤੇ ਉਹਨੂੰ ਮੇਨਟੇਨ ਕਰਨ 'ਚ ਤੁਹਾਨੂੰ ਸਹਾਈ ਹੋਣਾ। ਉਹਦੇ 'ਚ ਬੜਾ ਸਿੰਪਲ ਇੱਕ ਨੁਕਤਾ ਉਹਨਾਂ ਨੇ ਦੱਸਿਆ ਵੀ ਕਿਹੜੀ ਚੀਜ਼ ਨਹੀਂ ਖਾਣੀ, ਉਹ ਪੱਲੇ ਬੰਨ ਲਓ। ਉਹ ਹੈਗੀ ਚਿੱਟੀ, ਲੂਣ, ਸ਼ੂਗਰ ਤੇ ਮੈਦਾ। ਦੂਜਾ ਉਹਨਾਂ ਨੇ ਕਿਹਾ ਵੀ ਆਪਾਂ ਬਹੁਤ ਸਾਰੇ, ਚਲੋ ਆਪਾਂ ਪੰਜਾਬੀ ਘੱਟ ਆ, ਲੇਕਿਨ ਬਹੁਤ ਸਾਰਾ ਆਵਾਮ ਹੈ ਨਾ ਮੀਟ ਬਹੁਤ ਖਾਂਦਾ, ਜਿੱਦਾਂ ਰੈੱਡ ਮੀਟ ਹੋਇਆ, ਗਾਂ ਦਾ ਹੋਇਆ, ਪੋਰਕ ਦਾ ਹੋਇਆ, ਤੇ ਸੈਚੂਰੇਟਡ ਫੈਟ ਜਿਹੜੇ ਹੈਗੇ ਆ ਇਹ ਟਰਬਲ ਕਰਦੇ। ਸੋ ਫੈਟ ਇਨਟੇਕ ਜਿਹੜਾ ਹੈਗਾ, ਰੈੱਡ ਮੀਟ ਇਨਟੇਕ, ਇਹ ਘਟਾਉਣ ਵਾਸਤੇ ਕਹਿੰਦੇ ਆ। ਹੁਣ ਜਿਹੜਾ ਡੈਸ਼ ਡਾਈਟ ਆ, ਉਹਦੇ ਵਿੱਚ ਜਿਹੜਾ ਕੈਨੇਡਾ ਫੂਡ ਗਾਈਡ ਆ, ਫਿਰ ਤੁਹਾਡੇ ਸਾਹਮਣੇ ਨਜ਼ਰ 'ਚ ਆਊਗਾ। ਫੂਡ ਉਹ ਚੂਜ਼ ਕਰਨੇ ਆ ਜਿਹੜੇ ਨੈਚੁਰਲ ਹੋਣ, ਜਿਹੜੇ ਫਾਰਮ 'ਚ ਗਰੋ ਹੋਣ। ਕੀ ਹੁੰਦਾ ਫਾਰਮ 'ਚ ਗਰੋ? ਫਰੂਟ ਹੁੰਦਾ, ਸਬਜ਼ੀਆਂ ਹੁੰਦੀਆਂ। ਸਬਜ਼ੀ ਕੱਚੀ ਔਰ ਪੱਕੀ ਵੀ ਖਾ ਸਕਦੇ, ਫਰੂਟ ਤਾਂ ਉਦਾਂ ਹੀ ਆਪਾਂ ਕੱਚੇ ਹੀ ਖਾਂਦੇ ਕੱਟ ਕੇ। ਹੁਣ ਮੈਂ ਇੱਕ ਫਰੂਟ ਲੈ ਕੇ ਤੁਹਾਨੂੰ ਦੱਸਦਾ ਵੀ ਜਿਹੜਾ ਕੇਲਾ ਹੁੰਦਾ ਉਹਦੇ ਵਿੱਚ ਪੋਟੈਸ਼ੀਅਮ ਕਾਫੀ ਹੁੰਦਾ, ਔਰ ਪੋਟੈਸ਼ੀਅਮ ਖਾਸ ਕਰਕੇ ਜਿਹੜੇ ਬਲੱਡ ਪ੍ਰੈਸ਼ਰ ਵਾਲੇ ਉਹਨਾਂ ਨੂੰ ਬਹੁਤ ਜ਼ਰੂਰੀ ਆ, ਤਾਂ ਕਿ ਉਹਨਾਂ ਦੀ ਖੂਨ ਦੀ ਜਿਹੜੀਆਂ ਨਾੜੀਆਂ ਉਹ ਥੋੜੀਆਂ ਜਿਹੀਆਂ ਰਿਲੈਕਸ ਰਹਿਣ। ਸੋ ਅਗਰ ਆਪਾਂ 2 ਕੇਲੇ ਖਾ ਲੈਂਦੇ ਆ, ਜਦੋਂ ਮਰਜ਼ੀ ਖਾਈਏ, ਇਕੱਠੇ ਖਾਈਏ ਜਾਂ ਇੱਕ ਦੁਪਹਿਰੇ ਇੱਕ ਸ਼ਾਮ ਨੂੰ, ਉਹਦੇ ਤੋਂ ਤੁਹਾਨੂੰ ਤੁਹਾਡੇ ਪੂਰੇ 24 ਘੰਟੇ ਦਾ 25% ਪੋਟੈਸ਼ੀਅਮ ਉਹ 2 ਕੇਲਿਆਂ ਤੋਂ ਮਿਲ ਜਾਂਦਾ। ਸੋ ਕੇਲਾ ਇਨਟੇਕ ਠੀਕ ਹੈ। ਹਾਂ, ਲੋਕੀ ਕਹਿੰਦੇ ਸਾਨੂੰ ਸ਼ੂਗਰ ਵੀ ਹੈਗੀ ਹੈ, ਸ਼ੂਗਰ ਥੋੜੀ ਹੈਗੀ ਆ, ਉਹਨੂੰ ਬੈਲੈਂਸ ਆਊਟ ਕਰਨਾ ਪੈਣਾ, ਥੋੜੀ ਜਿਹੀ, ਇੰਨੀ ਜ਼ਿਆਦਾ ਨਹੀਂ ਹੈਗੀ, ਲੇਕਿਨ ਇੱਕ ਕੇਲਾ ਕਰ ਲੈਣ ਜਿਨ੍ਹਾਂ ਨੂੰ ਨਾਲ ਡਾਇਬਟੀਜ਼ ਵੀ ਹੈਗੀ ਆ। ਦੂਜਾ ਹੈਗਾ ਬੀਟ, ਜਿਹਨੂੰ ਆਪਾਂ ਚਕੁੰਦਰ ਮੇਰੇ ਖਿਆਲ ਨਾਲ ਕਹਿੰਦੇ ਆ, ਜਿਹੜਾ ਲਾਲ ਹੁੰਦਾ, ਜਿਹਦੀ ਚਟਨੀ ਵੀ ਬਣਦੀ ਆ, ਜਾਂ ਤੁਸੀਂ ਉਹਨੂੰ ਸਲਾਈਸ ਕਰਕੇ ਸੈਲਡਸ ਦੇ ਵਿੱਚ ਵੀ ਪਾਉਂਦੇ। ਸੋ ਉਹਨੂੰ ਅੰਗਰੇਜ਼ੀ 'ਚ ਬੀਟ ਕਹਿੰਦੇ ਆ। ਔਰ ਕੈਨੇਡਾ 'ਚ ਨਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ ਸ਼ੂਗਰ ਆਪਾਂ ਖਾਂਦੇ ਆ ਰੋਜਰਸ ਦੀ, ਉਹ ਬੀਟ ਤੋਂ ਬਣਦੀ ਹੈ, ਕਿਉਂਕਿ ਇੱਥੇ ਗੰਨਾ ਨਹੀਂ ਹੁੰਦਾ, ਉਹ ਬੜਾ ਮਿੱਠਾ ਹੁੰਦਾ ਬੀਟ। ਲੇਕਿਨ ਜਿਹੜਾ ਬੀਟ ਆ ਇਹਦੇ ਵਿੱਚ ਨਾਈਟ੍ਰੇਟਸ ਹੁੰਦੇ ਆ, NITRATES। ਜਿਹੜੇ ਨਾਈਟ੍ਰੇਟਸ ਉਦਾਂ ਹੀ ਬਲੱਡ ਵੈਸਲ ਨੂੰ ਡਾਇਲੇਟ ਕਰਦੇ ਆ। ਸੋ ਜਿਹੜੀ ਬਲੱਡ ਵੈਸਲ ਕੱਸੀਆਂ ਹੋਈਆਂ ਉਹ ਡਾਇਲੇਟ ਕਰਨ 'ਚ ਸਹਾਈ ਹੁੰਦਾ, ਨਾਲੇ ਫਾਈਬਰ ਬਹੁਤ ਹੁੰਦਾ, ਨਾਲੇ ਇਹਦੇ ਵਿੱਚ ਆਇਰਨ ਆ, ਮਲਟੀ ਵਾਈਟਾਮਿਨਸ ਆ, ਮਿਨਰਲ ਆ। ਜਿਹੜੀ ਹਰੀ ਚੀਜ਼ ਹੈਗੀ ਆ, ਬਾਣੀ ਕੀ ਕਹਿੰਦੀ ਆ, ਹੋ ਹਰਿਆ ਭਾਈ ਹਰ ਕਾ ਨਾਮ ਤੇ ਆਏ ਕੇ। ਸੋ ਸਰੀਰ ਵੀ ਅਰੋਗੀ ਰਹੂਗਾ ਅਗਰ ਹਰੀ ਚੀਜ਼ ਪਾਵਾਂਗੇ ਅੰਦਰ। ਜਿਹੜਾ ਬ੍ਰੋਕਲੀ ਆ, ਸਾਡਾ ਸਾਗ ਆ, ਮੇਥੀ ਆ, ਧਨੀਆ, ਪਾਲਕ, ਕੇਲ, ਇਹਦੇ ਸਾਰਿਆਂ ਦੇ ਵਿੱਚ ਐਂਟੀਆਕਸੀਡੈਂਟਸ ਹੈਗਾ। ਇਹਦੇ ਵਿੱਚ ਬਲੱਡ ਪ੍ਰੈਸ਼ਰ, ਜਿਹੜੇ ਬਲੱਡ ਦੇ ਵੈਸਲਸ ਉਹਨੂੰ ਡਾਇਲੇਟ ਕਰਨ ਵਾਲੇ ਤੱਤ ਆ, ਨਾਲੇ ਇਹਦੇ ਵਿੱਚ ਪੋਟੈਸ਼ੀਅਮ ਵੀ ਹੈਗਾ। ਸੋ ਹਰੀ ਚੀਜ਼ ਕੋਈ ਨਾ ਕੋਈ ਕੱਚੀ ਜਾਂ ਪੱਕੀ ਆਪਾਂ ਰੋਜ਼ ਖਾਈਏ। ਹੁਣ ਜਿਹੜੇ ਹੋਰ ਪਦਾਰਥ ਆ, ਮੈਨੂੰ ਆਂਦਾ ਨਹੀਂ ਆ। ਸਵੀਟ ਪੋਟੈਟੋ ਨੂੰ ਕਈ ਜਗ੍ਹਾ 'ਚ ਆਪਾਂ ਮਿੱਠਾ ਆਲੂ ਕਹਿੰਦੇ, ਕਈ ਵਾਰ ਸ਼ੱਕਰਕੰਦੀ ਕਹਿੰਦੇ ਆ, ਸ਼ਾਇਦ ਆਡੀਅנס ਸਮਝ ਗਈ। ਜਿਹੜਾ ਸਵੀਟ ਪੋਟੈਟੋ ਹੁੰਦਾ, ਇੱਕ ਤਾਂ ਸਧਾਰਨ ਆਲੂ ਆ, ਇੱਕ ਆਪਾਂ ਮਿੱਠਾ ਆਲੂ ਕਹਿੰਦੇ ਆ, ਜਿਹੜਾ ਆਪਾਂ ਬੇਕ ਕਰਕੇ ਕਈ ਵਾਰ ਖਾਂਦੇ ਆ ਜਾਂ ਉਬਾਲ ਕੇ ਖਾਂਦੇ ਆ, ਉਹ ਮਿੱਠਾ ਹੁੰਦਾ। ਉਹਦੇ 'ਚ ਸ਼ੂਗਰ ਬਹੁਤ ਘੱਟ ਹੁੰਦੀ ਆ, ਲੇਕਿਨ ਉਹਦੇ ਵਿੱਚ
ਪੋਟੈਸ਼ੀਅਮ ਆ, ਫਾਈਬਰ ਆ, ਮੈਗਨੀਸ਼ੀਅਮ ਬਹੁਤ ਹੈਗਾ, ਔਰ ਇਹ ਵੀ ਜਿਹੜੀ ਖੂਨ ਦੀ ਨਾੜੀਆਂ ਹੈਗੀਆਂ ਇਹਨਾਂ ਨੂੰ ਥੋੜਾ ਜਿਹਾ ਡਾਇਲੇਟ ਕਰਕੇ ਰੱਖਦਾ। ਜਿਹੜਾ ਲਸਣ ਆ ਉਹ ਬਹੁਤ ਹੀ ਇੰਪੋਰਟੈਂਟ ਗਿਣਿਆ ਗਿਆ, ਕਿਉਂਕਿ ਇਹਦੇ ਵਿੱਚ ਬੜੀਆਂ ਸਾਰੀਆਂ ਹੋਰ ਚੀਜ਼ਾਂ ਹੈਗੀਆਂ ਜਿਹੜੇ ਤੁਹਾਨੂੰ ਖੂਨ ਦੀ ਨਾੜੀ ਦੇ ਵਿੱਚ ਫੈਟ ਜੰਮਣ ਨਹੀਂ ਦਿੰਦੀਆਂ, ਐਥਰੋਸਕਲੈਰੋਸਿਸ ਹੋਣ ਨਹੀਂ ਦਿੰਦੀਆਂ, ਹਾਰਟ ਅਟੈਕ ਨੂੰ ਪ੍ਰੀਵੈਂਸ਼ਨ ਦੇ ਵਿੱਚ ਲੈ ਕੇ ਜਾਂਦਾ ਲਸਣ। ਤੀਜਾ ਜਿਹੜਾ ਸੀ ਉਹਨਾਂ ਨੇ ਦੱਸਿਆ ਵੀ ਮੱਛੀ ਬੈਟਰ ਆ, ਲੇਕਿਨ ਮੱਛੀ ਦੀ ਚੋਇਸ ਵੀ ਜਿਹੜੀ ਹੈਗੀ ਆ ਉਹ ਇੰਪੋਰਟੈਂਟ ਹੈ, ਖਾਸ ਕਰਕੇ ਤੇਲ ਵਾਲੀ ਮੱਛੀ ਜਿਹੜੀ ਸਾਡੇ BC 'ਚ ਬਹੁਤ ਲੋਕੀ ਖਾਂਦੇ ਸੈਲਮਨ ਮੱਛੀ। ਜਿਹੜੇ ਨੇਟਿਵ ਇੰਡੀਅਨ ਆ ਉਹ ਵੀ ਸੈਲਮਨ ਖਾਂਦੇ ਸੀ, ਜਿਹੜੇ ਭਾਲੂ ਆ ਪੋਲਰ ਬੇਅਰ ਤੁਸੀਂ ਦੇਖੋ ਉਹ ਵੀ ਸੈਲਮਨ ਖਾਂਦੇ ਆ। ਜਿਹੜੀ ਸੈਲਮਨ ਮੱਛੀ ਆ ਇਹਦੇ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦਾ, ਜਿਹੜਾ ਓਮੇਗਾ 3 ਆ ਉਹ ਤੁਹਾਡੇ ਹਾਰਟ ਹੈਲਥ ਵਾਸਤੇ ਉਦਾਂ ਹੀ ਬਹੁਤ ਇੰਪੋਰਟੈਂਟ ਹੈਗਾ। ਫਿਰ ਮੈਂ ਥੋੜਾ ਜਿਹਾ ਕਹੂੰਗਾ ਵੀ ਰੈਡ ਮੀਟ ਛੱਡ ਦੇਣ, ਚਿਕਨ ਖਾ ਸਕਦੇ ਆ, ਅੰਡਾ ਵੀ ਖਾ ਸਕਦੇ ਆ, ਅੰਡੇ ਦੀ ਜਰਦੀ ਵੀ ਥੋੜੀ ਬਹੁਤ ਲੈ ਸਕਦੇ, ਕੋਈ ਨੁਕਸਾਨ ਨਹੀਂ ਹੈਗਾ, ਲੇਕਿਨ ਵਾਈਟ ਜ਼ਿਆਦਾ ਰੱਖੋ, ਯੈਲੋ ਘੱਟ ਰੱਖੋ। ਸੈਚੂਰੇਟਿਡ ਫੈਟ ਨਹੀਂ ਹੋਣਾ ਚਾਹੀਦਾ। ਸੈਚੂਰੇਟਿਡ ਫੈਟ ਹੁੰਦਾ ਵੀ ਜਿੱਦਾਂ ਮਾਰਜਰੀਨ ਹੋ ਗਈ, ਘਿਓ ਵਾਲੀਆਂ ਚੀਜ਼ਾਂ ਹੋ ਗਈਆਂ, ਤਲੀਆਂ ਚੀਜ਼ਾਂ ਹੋ ਗਈਆਂ, ਫਰਾਈਡ ਸਟਫ ਹੋ ਗਿਆ। ਹੁਣ ਕੰਟਰੋਵਰਸੀ ਹੁੰਦੀ ਘਿਓ ਕਿੰਨਾ ਖਾਣਾ, ਮੈਂ ਕਹਿੰਦਾ ਵੀ ਥੋੜਾ ਬਹੁਤ ਤੁਸੀਂ ਖਾ ਸਕਦੇ ਹੋ, ਲੇਕਿਨ ਓਵਰਲੋਡ ਨਾ ਕਰੋ ਆਪਣੇ ਆਪ ਨੂੰ, ਥੋੜਾ ਰੱਖੋ, ਬੈਲੈਂਸ 'ਚ ਰੱਖੋ। ਜਿਹੜਾ ਨਾ ਗੁੱਡ ਫੈਟ ਹੈਗਾ ਉਹ ਤੁਹਾਨੂੰ ਮਿਲੇਗਾ ਐਵਾਕਾਡੋਸ ਚੋਂ। ਐਵਾਕਾਡੋ ਜਿੱਦਾਂ ਗ੍ਰੀਨ ਰੰਗ ਦਾ ਜਿਹੜੇ ਮੈਕਸੀਕਨ ਲੋਕ ਬਹੁਤ ਖਾਂਦੇ ਆ, ਸਟੋਰਾਂ 'ਚ ਵੀ ਮਿਲਦਾ, ਬੜਾ ਸਸਤਾ ਹੁੰਦਾ। ਤੁਸੀਂ ਉਹਨੂੰ ਸਕੂਪ ਕਰਕੇ ਨਾ ਉਦਾਂ ਹੀ ਉਹਨੂੰ ਪੇਸਟ ਬਣਾ ਲਓ ਜਾਂ ਮਾੜੀ ਜਿਹੀ ਮਿਰਚਾਂ ਪਾ ਲਓ ਉਹਦੇ ਵਿੱਚ, ਬਹੁਤ ਪਿਆਰਾ ਲੱਗਦਾ। ਔਰ ਤੁਸੀਂ ਅਗਰ ਕੋਈ ਮੈਕਸੀਕਨ ਰੈਸਟੋਰੈਂਟ 'ਚ ਜਾਓਗੇ ਤਾਂ ਨਾਲ ਆਵਾਕਾਡੋ ਉਹ ਚਿਪਸ ਦੇ ਨਾਲ ਜ਼ਰੂਰ ਦਿੰਦੇ ਆ। ਦੇਖੋ ਆਵਾਕਾਡੋ ਦੇ ਵਿੱਚ ਸਭ ਤੋਂ ਵਧੀਆ ਕੁਦਰਤ ਨੇ ਨੈਚੁਰਲ ਅਨਸੈਚੂਰੇਟਿਡ ਫੈਟ ਰੱਖਿਆ, ਜਿਹੜੇ ਤੁਹਾਡੀ ਬੋਡੀ ਨੂੰ ਚਾਹੀਦੇ ਆ ਲੇਕਿਨ ਬੋਡੀ ਨੂੰ ਨੁਕਸਾਨ ਨਹੀਂ ਕਰਦੇ। ਔਰ ਇੱਕ ਆਵਾਕਾਡੋ ਦੇ ਵਿੱਚ 3 ਕੇਲੇ ਜਿੰਨਾ ਪੋਟੈਸ਼ੀਅਮ ਹੈਗਾ। ਜਦੋਂ ਆਪਾਂ ਪੋਟੈਸ਼ੀਅਮ ਦੀ ਗੱਲ ਕੀਤੀ ਸੀ, ਦੇਖੋ ਕਿਸੇ ਨੂੰ ਸ਼ੂਗਰ ਹੈ ਉਹ ਕਹਿੰਦਾ ਮੈਂ ਕੇਲਾ ਨਹੀਂ ਖਾਣਾ, ਉਹ ਆਵਾਕਾਡੋ ਖਾ ਸਕਦਾ। ਫਿਰ ਚ ਫਾਈਬਰ ਬਹੁਤ ਆ, ਆਇਰਨ ਬਹੁਤ ਆ। ਹੁਣ ਜਿਹੜਾ ਦਾਣੇ ਆ ਉਹ ਹੋਲ ਗ੍ਰੇਨ ਲੈਣੇ ਆ। ਹੋਲ ਗ੍ਰੇਨ ਮੀਨਸ ਹੋਲ ਵੀਟ ਹੋ ਗਏ ਜਾਂ ਥੋੜੇ ਬਰਾਊਨ ਰਾਈਸ ਹੋ ਗਏ, ਕਦੀ ਕਦੀ ਚਿੱਟੇ ਖਾ ਲਿੱਤੇ। ਕਿਨਵਾ ਜਿਹੜਾ ਹੈਗਾ ਉਹ ਬਹੁਤ ਲੋਕ ਅਸੀਂ ਹੁਣ ਖਾਣੇ ਵੀ ਆ, ਘਰਾਂ 'ਚ ਹੈਗਾ ਵੀ ਆ। ਕਿਨਵਾ ਨੂੰ ਚੋਲਾ ਵਾਂਗਰ ਉਬਾਲਿਆ ਜਾ ਸਕਦਾ, ਉਹਨੂੰ ਕੋਈ ਵੀ ਤਰੀ ਵਾਲੀ ਸਬਜ਼ੀ ਦੇ ਨਾਲ ਆਪਾਂ ਖਾ ਸਕਦੇ ਆ। ਜਸਕਰਨ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿਨਵਾ ਸਾਊਥ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸੀ, ਔਰ ਉੱਥੇ ਰਾਜੇ ਮਹਾਰਾਜੇ ਤੇ ਯੋਧੇ ਜਿਹੜੇ ਜੰਗਾਂ 'ਚ ਜਾਂਦੇ ਸੀ, ਯੁੱਧਾਂ 'ਚ ਜਾਂਦੇ ਸੀ, ਉਹਨਾਂ ਨੂੰ ਦਿੱਤਾ ਜਾਂਦਾ ਸੀ, ਕਿਉਂਕਿ ਇਹ 'ਚ ਪ੍ਰੋਟੀਨ, ਆਇਰਨ, ਮਿਨਰਲ, ਹੋਰ ਚੀਜ਼ਾਂ ਬਹੁਤ ਜ਼ਿਆਦਾ ਔਰ ਸ਼ੂਗਰ ਬਹੁਤ ਘੱਟ ਆ। ਸੋ ਬੋਡੀ ਇਹਦੇ ਨਾਲ ਸਟਰੋਂਗ ਰਹਿੰਦੀ ਆ। ਤੁਹਾਡੇ ਇਹਦੇ ਵਿੱਚ ਪੋਟੈਸ਼ੀਅਮ ਆ, ਮੈਗਨੀਸ਼ੀਅਮ ਆ, ਹੋਰ ਚੀਜ਼ਾਂ ਹੈਗੀਆਂ। ਨਟਸ ਜਿਹੜੇ ਬੀ ਹੁੰਦੇ ਆ ਇਹ ਵੀ ਇੰਪੋਰਟੈਂਟ ਹੈ, ਲੇਕਿਨ ਮੈਂ ਕਹੂੰਗਾ ਜਿੰਨੇ ਤੁਸੀਂ ਤਲੀ 'ਚ ਧਰ ਸਕਦੇ ਹੋ। 6-8 ਬਦਾਮ ਦੇ ਪੀਸ ਹੋ ਗਏ, ਜਾਂ ਜਿਹੜੇ ਪੰਪਕਿਨ ਸੀਡ ਹੋ ਗਏ, ਜਾਂ ਹੋਰ ਬੀ ਛੋਟੇ ਛੋਟੇ ਹੋ ਗਏ, ਪਾਈਨ ਨਟਸ ਹੋ ਗਏ। ਕਾਜੂ ਥੋੜੇ ਫੈਟ ਜ਼ਿਆਦਾ, ਲੇਕਿਨ ਅਗਰ ਤੁਹਾਡੇ ਜੀ ਕਰਦਾ ਇੱਕ ਅੱਧਾ ਕਾਜੂ ਵੀ ਖਾ ਸਕਦੇ ਹੋ, ਉਹ 'ਚ ਕੋਈ ਬੈਡ ਵਾਲੀ ਗੱਲ ਨਹੀਂ ਆ। ਲੇਕਿਨ ਬਦਾਮ ਜਿਹੜੇ ਹੈਗੇ ਆ, ਅਖਰੋਟ ਹੈਗੇ ਆ, ਜਿਹੜੇ ਛੋਟੇ ਬੀ ਹੈਗੇ ਉਹ ਦੱਸੇ ਗਏ ਆ ਵੀ ਬਹੁਤ ਇੰਪੋਰਟੈਂਟ ਆ। ਜਿਹੜਾ ਵਾਟਰਮੈਲਨ ਹੈ ਜਿਹਨੂੰ ਆਪਾਂ ਤਰਬੂਜ਼ ਕਹਿੰਦੇ ਆ, ਉਹਦੇ ਵਿੱਚ ਵੀ ਬਹੁਤ ਹੀ ਗੁੱਡ ਤੱਤ ਹੈਗੇ ਜਿਹੜੇ ਬਲੱਡ ਵੈਸਲਸ ਨੂੰ ਰਿਲੈਕਸ ਕਰਦੇ ਆ। ਸੋ ਇਹ ਕੁਛ ਇੱਕ ਫੂਡ ਸੀ। ਅਗਰ ਆਪਾਂ ਦੇਖੀਏ ਸਾਡੀ ਕੈਨੇਡਾ ਫੂਡ ਗਾਈਡ ਹੈ, ਲਗਭਗ ਉਹਦੇ ਵਿੱਚ ਇਹ ਹੁੰਦਾ ਜਿਹੜਾ ਨਾ ਸਾਡੇ ਨਾ ਕਲਚਰ 'ਚ, ਸਮਾਜ 'ਚ ਮਿਠਾਈ ਖਾਣ ਦਾ ਬਹੁਤ ਸ਼ੌਂਕ ਆ। ਨਹੀਂ ਤੇ ਮਿੱਠਾ ਜਦੋਂ ਆਪਾਂ ਡਿਨਰ ਕਰ ਲਿਆ, ਖਾਸ ਕਰਕੇ ਵੀ ਸਵੀਟ ਡਿਸ਼ ਲੈ ਕੇ ਆਓ। ਸੋ ਮੇਰੀ ਗੁਜ਼ਾਰਿਸ਼ ਬਲੱਡ ਪ੍ਰੈਸ਼ਰ ਵਾਲਿਆਂ ਦੇ ਨਾਲ ਹੈਗਾ ਵੀ ਸਵੀਟ ਡਿਸ਼ ਆਪਣੇ ਜਿਹੜੇ ਹੈਗੇ ਨਾ ਵੋਕੈਬਲਰੀ ਤੋਂ ਕੱਢ ਦੋ। ਹਫਤੇ 10 ਦਿਨ ਬਾਅਦ ਜਾਂ ਮਹੀਨੇ 'ਚ 2 ਵਾਰੀ ਮਾੜੀ ਮੋਟੀ ਖਾ ਲਿਆ ਕਰੋ, ਕੁਛ ਨਹੀਂ ਹੁੰਦਾ। ਲੇਕਿਨ ਰੋਜ਼ ਜਿਹੜੀ ਆਦਤ ਪਈ ਆ ਮਿੱਠਾ ਖਾਣ ਦੀ ਡਿਨਰ ਤੋਂ ਬਾਅਦ, ਉਹ ਤੁਹਾਨੂੰ ਬੰਦ ਕਰਨੀ ਪੈਣੀ ਆ। ਸੋ ਲੂਣ, ਸ਼ੂਗਰ, ਸੈਚੂਰੇਟਿਡ ਫੈਟ ਤੇ ਮੈਦਾ, ਇਹ ਚੀਜ਼ਾਂ ਤੁਹਾਨੂੰ ਅਵੋਇਡ ਕਰਨੀ ਪੈਣੀਆਂ। ਪਾਣੀ 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 ਜ਼ਿਆਦਾ ਕਰੋ, ਸ਼ਰਬਤ ਪੀਣਾ ਬੰਦ ਕਰੋ। ਹੋਰ ਜਿਹੜੇ ਸੋਡਾ ਤੇ ਚਲੋ ਬਹੁਤ ਲੋਕੀ ਕਹਿੰਦੇ ਆ, ਲੇਕਿਨ ਲੋਕੀ ਆ ਕੇ ਲੜਦੇ ਅਸੀਂ ਡਾਈਟ ਡਰਿੰਕ ਪੀਣਾ। ਡਾਈਟ ਡਰਿੰਕ ਐਕਚੁਅਲੀ ਹੋਰ ਨੁਕਸਾਨ ਕਰਦਾ, ਕਿਉਂਕਿ ਜੋ ਤੁਹਾਡੀ ਸ਼ੂਗਰ ਬਹੁਤ ਥੱਲੇ ਲਿਆ ਹੁੰਦਾ, ਅਗਲੀ ਵਾਰ ਤੁਸੀਂ ਸ਼ੂਗਰ ਵਾਲੀ ਕੋਈ ਵੀ ਚੀਜ਼ ਖਾਧੀ 100% ਬੋਡੀ ਆਪਣੇ ਅੰਦਰ ਖਿੱਚਣਾ ਚਾਹੁੰਦੀ ਆ। ਸੋ ਚੁੱਪ ਕਰਕੇ ਪਾਣੀ ਪੀਓ, ਕਿਉਂਕਿ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। ਸੋ ਕੁਛ ਇੱਕ ਟਿਪਸ ਇਹ ਸੀ। ਬਾਕੀ ਤੁਸੀਂ ਅਗਰ BC 'ਚ ਹੈਗੇ 811 ਕਾਲ ਕਰ ਸਕਦੇ ਆ, ਤੁਹਾਨੂੰ ਡਾਈਟੀਸ਼ੀਅਨ ਹੋਰ ਹੈਲਪ ਕਰ ਸਕਦੀ ਆ ਰੈਗੂਲਰਲੀ। ਦੇਖੋ ਇਹ ਹੈਗਾ
ਤਰਜ਼ ਜ਼ਿੰਦਗੀ, ਤੁਹਾਨੂੰ ਆਪਣਾ ਖਾਣਾ ਪੀਣਾ ਮੋਡੀਫਾਈ ਕਰਨਾ ਪੈਣਾ। ਮੈਂ ਇੱਥੇ ਕਹਿੰਦਾ ਹੁੰਦਾ ਵੀ ਜਿਹੜਾ ਫਾਰਮ 'ਚ ਚੀਜ਼ਾਂ ਹੈਗੀਆਂ ਉਹ ਜ਼ਰੂਰ ਖਾਓ, ਤੇ ਜਿਹੜੀਆਂ ਫੂਡ ਫੈਕਟਰੀ ਤੋਂ ਬਣ ਕੇ ਆ ਰਹੇ, ਖਾਸ ਕਰਕੇ ਪ੍ਰੋਸੈਸਡ ਫੂਡ ਆ ਗਿਆ, ਉਹਨੂੰ ਛੱਡ ਦਿਓ। ਜਿਹੜਾ ਕੁਦਰਤ ਨੇ ਚੀਜ਼ ਬਣਾਈ ਆ ਉਹ ਅਸੀਂ ਉਹਨੂੰ ਨਹੀਂ ਬਣਾ ਸਕਦੇ ਲੈਬ ਦੇ ਵਿੱਚ। ਜਿਹੜੀ ਚੈਰੀ ਬਣੀ ਆ, ਤੁਸੀਂ ਜਿੰਨਾ ਮਰਜ਼ੀ ਜ਼ੋਰ ਕਰ ਲਓ, ਉਹਨੂੰ ਕੈਮੀਕਲੀ ਤੁਸੀਂ ਲੈ ਕੇ ਨਹੀਂ ਬਣਾ ਸਕਦੇ। ਜੋ ਕੁਦਰਤ ਨੇ ਚੀਜ਼ਾਂ ਬਣਾਈਆਂ ਉਹ ਵਧੀਆ। ਹਾਂ, ਜਿਹੜੀ ਬੈਰੀਜ਼ ਹੈਗੀਆਂ ਉਹ ਵੀ ਇੰਪੋਰਟੈਂਟ ਆ, ਸਟ੍ਰਾਬੇਰੀ, ਬਲੂਬੇਰੀ, ਰਸਬੇਰੀ, ਇਹਦੇ ਵਿੱਚ ਵੀ ਪੋਟੈਸ਼ੀਅਮ ਹੈਗਾ, ਬਲੱਡ ਵੈਸਲ ਨੂੰ ਰਿਲੈਕਸ ਕਰਨ ਵਾਲੇ ਤੱਤ ਹੈਗੇ ਆ। ਡਾਕਟਰ ਸਾਹਿਬ, ਇੱਕ ਮੇਰਾ ਨਿੱਜੀ ਸਵਾਲ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਜਾਂ ਉਹਨਾਂ ਨੂੰ ਕਿਹਾ ਘੱਟ ਖਾਓ, ਸ਼ੂਗਰ, ਜਿਹੜੀਆਂ ਬਹੁਤ ਸਾਰੀਆਂ ਤਲੀਆਂ ਚੀਜ਼ਾਂ ਜਾਂ ਬਾਕੀ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਘਿਓ ਆ, ਉਹਨੂੰ ਵੀ ਤੁਸੀਂ ਕਿਹਾ ਵੀ ਇੱਕ ਲਿਮਿਟ ਦੇ ਵਿੱਚ ਤੁਸੀਂ ਲੈ ਸਕਦੇ ਆ। ਇਹ ਮੇਰਾ ਜੀ ਕਰਦਾ ਹਮੇਸ਼ਾ ਹੀ ਇਹ ਖਾਣ ਨੂੰ, ਮੈਂ ਖਾਣਾ ਵੀ ਆ, ਬਹੁਤ ਸਾਰੇ ਲੋਕਾਂ ਦਾ ਹੋਰ ਵੀ ਕਰਦਾ। ਕੀ ਇਹ ਸਾਡਾ ਸੁਭਾਅ ਆ ਕਿ ਸਾਨੂੰ ਮਿੱਠੀਆਂ ਚੀਜ਼ਾਂ, ਤਲੀਆਂ ਚੀਜ਼ਾਂ ਇਹ ਜ਼ਿਆਦਾ ਚੰਗੀਆਂ ਲੱਗਦੀਆਂ, ਜਾਂ ਕੁਝ ਲੋਕਾਂ ਨੂੰ ਵਾਕਿਆ ਹੀ ਚੰਗੀਆਂ ਨਹੀਂ ਲੱਗਦੀਆਂ, ਜਾਂ ਉਹ ਆਪਣੇ ਆਪ ਨੂੰ ਡਿਸਿਪਲਿਨਡ ਕਰਕੇ ਜ਼ਬਰਦਸਤੀ ਰੋਕਦੇ ਆ ਇਹ ਚੀਜ਼ਾਂ ਖਾਣ ਨੂੰ, ਜੀ ਉਹਨਾਂ ਦਾ ਵੀ ਕਰਦਾ? ਬਹੁਤ ਸੋਹਣਾ ਕੁਐਸਚਨ ਹੈਗਾ। ਦੇਖੋ, ਮੇਰਾ ਵੀ ਸਰੀਰ ਥੋੜਾ ਭਾਰਾ ਹੈਗਾ, ਕਦੀ ਮੈਂ ਘਟਾ ਲੈਂਦਾ, ਕਦੀ ਫੇਰ ਵੱਧ ਜਾਂਦਾ, ਲੇਕਿਨ ਇਹ ਡੇਲੀ ਤੁਹਾਡੀ ਜਿਹੜੀ ਹੈਗੀ ਆ ਇਹਦੇ ਉੱਤੇ ਰਹਿੰਦਾ। ਹੁਣ ਮੇਰੀ ਵਾਈਫ ਹੈ, ਮਾਲਕਿਨ ਹੈ, ਉਹਦਾ ਸਰੀਰ ਬਹੁਤ ਫਿੱਟ ਹੈਗਾ, ਉਹ ਬਹੁਤ ਡਿਸਿਪਲਿਨ ਹੈ, ਇਹਦੇ ਵਿੱਚ ਡਿਸਿਪਲਿਨ ਹੁੰਦਾ। ਦੂਜਾ ਇਹ ਟਰਬਲ ਹੁੰਦਾ ਵੀ ਜਿਹੜੇ ਨਾ ਹਾਈ ਸ਼ੂਗਰ ਵਾਲੀ ਤਲੀਆਂ ਚੀਜ਼ਾਂ ਇੱਕ ਕਿਸਮ ਦਾ ਮਾਨਸਿਕ ਸਕੂਨ ਵੀ ਦਿੰਦੀਆਂ। ਜਿੱਦਾਂ ਕੋਈ ਸਟ੍ਰੈਸਫੁਲ ਜੌਬ ਹੋਏ, ਉਹ ਸ਼ੂਗਰ ਜਿਹੜੀ ਹੈਗੀ ਆ ਤੁਹਾਨੂੰ ਇੱਕ ਕਿਸਮ ਦਾ ਸਕੂਨ ਦਿੰਦੀ ਆ, ਇੱਕ ਕਿਸਮ ਦਾ ਉਹ ਡਰਗ ਦਾ ਵੀ ਕੰਮ ਕਰਦੀ ਹੈ। ਸੇਮ ਹੀ ਜਿੱਥੇ ਕੋਕੇਨ ਵਾਲੇ ਰਿਸੈਪਟਰ ਕੰਮ ਕਰਦੇ, ਉੱਥੇ ਜਾ ਕੇ ਸ਼ੂਗਰ ਕੰਮ ਕਰਦੀ ਆ। ਸੋ ਸ਼ੂਗਰ ਵੀ ਇੱਕ ਐਡਿਕਟਿਵ ਰੋਲ ਹੀ ਆ। ਸੋ ਐਡਿਕਸ਼ਨ ਹੋ ਜਾਂਦੀ ਆ ਵੀ ਸਾਨੂੰ ਉਹ ਆਦਤ ਪੈ ਜਾਂਦੀ ਆ। ਸੋ ਅਸਾਂ ਆਪਣੇ ਆਪ ਦੇ ਨਾਲ ਜੁੜਨਾ, ਉਹ ਆਦਤਾਂ ਨੂੰ ਘਟਾਉਣਾ। ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਹੁਣ ਤੁਸੀਂ ਫਿੱਕਾਪਣ ਲਾਓ, ਨਹੀਂ, ਕਦੀ ਕਦਾਰ ਤੁਸੀਂ ਲੈ ਸਕਦੇ ਹੋ। ਕੋਈ ਦਿਨ ਤਿਉਹਾਰ ਹੈਗਾ, ਬਰਥਡੇ ਹੈਗਾ, ਕੋਈ ਐਨਵਰਸਰੀ ਹੈਗੀ, ਬੱਚਿਆਂ ਦਾ ਕੋਈ ਸਮਾਗਮ ਹੈਗਾ, ਠੀਕ ਆ। ਤੁਸੀਂ ਈਵਨ ਦੇਖੋ ਸ਼ਿਲਪਾ ਸ਼ੈਟੀ, ਕਰੀਨਾ ਕਪੂਰ, ਜਿਨ੍ਹਾਂ ਨੇ ਬਹੁਤ ਸਾਰਾ ਮੇਨਟੇਨ ਕਰਕੇ ਰੱਖਿਆ ਫਿਗਰ, ਈਵਨ ਬੱਚਾ ਹੋਣ ਤੋਂ ਬਾਅਦ, ਉਹਨਾਂ ਨੇ ਵੀ ਚੀਟ ਡੇ ਰੱਖਿਆ ਹੋਇਆ ਹਫਤੇ 'ਚ ਇੱਕ ਦਿਨ। ਸੋ ਉਹਨੂੰ ਕਹਿੰਦੇ ਚੀਟ ਡੇ। ਸੋ ਚੀਟ ਡੇ ਜਿਹੜਾ ਹੈਗਾ, ਮੈਂ ਕਹੂੰਗਾ ਵੀ ਖਾਸ ਉਹ ਤੇ ਹੈਗੇ ਹੈਲਦੀ। ਜਿਹੜੇ ਬਲੱਡ ਪ੍ਰੈਸ਼ਰ ਵਾਲੇ ਉਹ ਮਹੀਨੇ 'ਚ ਇੱਕ ਦਿਨ ਰੱਖਣ, ਕੁਛ ਨਹੀਂ ਹੁੰਦਾ। ਲੇਕਿਨ ਓਵਰਆਲ ਜਿਹੜੀ ਹੈਗੀ ਆ ਤੁਹਾਡੇ ਤਰਜ਼ ਜ਼ਿੰਦਗੀ, ਮਿਠਾਸ ਜਿਹੜੀ ਲੈ ਕੇ ਆਉਣੀ ਆ, ਉਹ ਪ੍ਰੇਮ ਦੀ ਹੋਣੀ ਚਾਹੀਦੀ ਹੈ, ਮੁਹੱਬਤ ਦੀ ਹੋਣੀ ਚਾਹੀਦੀ ਹੈ, ਸ਼ਰਧਾ ਦੀ ਹੋਣੀ ਚਾਹੀਦੀ ਹੈ, ਭਾਵਨਾ ਦੀ ਹੋਣੀ ਚਾਹੀਦੀ ਆ। ਮਿੱਠ ਬੋਲੜਾ ਜੇ ਹਰ ਸੱਜਣ ਸਵਾਮੀ ਮੋਰਾ। ਨਾਲੇ ਬਾਣੀ ਖੁਦ ਕਹਿੰਦੀ ਆ ਵੀ ਖੰਡ, ਨਿਵਾਜ਼, ਗੁੜ, ਇਹ ਸਾਰਿਆਂ ਤੋਂ ਮਿੱਠੀ ਚੀਜ਼ ਹੈਗੀ ਹੈ ਪਰਮੇਸ਼ਰ ਦਾ ਨਾਮ। ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਕੱਲ੍ਹ ਨੂੰ ਅਸੀਂ ਇੱਕ ਹੋਰ ਸਵਾਲ, ਸਾਡੇ ਸਰੋਤਿਆਂ ਦਾ ਸਵਾਲ ਆ, ਉਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਗੱਲ ਕਰਨੀ ਆ। ਕਿ ਕਿਹਾ ਜਾਂਦਾ ਕਿ ਮੱਛੀ, ਅੰਡਾ ਜਾਂ ਚਿਕਨ, ਇਹ ਚੀਜ਼ਾਂ ਖਾਣੀਆਂ ਜ਼ਰੂਰੀ ਨੇ ਕੈਨੇਡਾ ਦੇ ਵਿੱਚ, ਇਹਨਾਂ ਤੋਂ ਬਿਨਾਂ ਤੁਸੀਂ ਰਹਿ ਨਹੀਂ ਸਕਦੇ, ਜਾਂ ਠੰਡਾ ਮੌਸਮ ਆ ਇਸ ਕਰਕੇ, ਜਾਂ ਤੁਹਾਡੀ ਜਿਹੜੀ ਡਾਈਟ ਆ ਉਹਦੇ 'ਚ ਕੋਈ ਨਾ ਕੋਈ ਡੈਫੀਸ਼ੀਐਂਸੀ ਰਹਿ ਜਾਂਦੀ, ਜਿਹੜੇ ਲੋਕ ਇਹ ਨਹੀਂ ਖਾਂਦੇ। ਕੀ ਇਹ ਸੱਚੀ ਗੱਲ ਆ, ਜਾਂ ਇਹਦੇ ਬਾਰੇ ਕੀ ਖਾਣਾ ਚਾਹੀਦਾ? ਕੱਲ੍ਹ ਨੂੰ ਅਸੀਂ ਤੁਹਾਡੇ ਕੋਲੋਂ ਇਹਦੇ ਉੱਤੇ ਜ਼ਰੂਰ ਜਾਣਕਾਰੀ ਲਵਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਬਹੁਤ ਧੰਨਵਾਦ। ਔਰ ਦਾਸ ਵੈਜੀਟੇਰੀਅਨ ਆ, ਤੇ ਇਹਦੇ ਉੱਤੇ ਆਪਾਂ ਖੁੱਲ ਕੇ ਗੱਲ ਕਰਾਂਗੇ, ਸਾਇੰਟੀਫਿਕ ਬੇਸਿਸ, ਲੌਜਿਕ ਬੇਸਿਸ ਤੇ ਗੁਰਬਾਣੀ ਦੇ ਆਧਾਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ। ਇਹਨਾਂ ਦੇ ਨਾਲ ਕੱਲ੍ਹ ਅਸੀਂ ਬਹੁਤ ਹੀ ਇੰਪੋਰਟੈਂਟ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਆ। ਆਮ ਹੀ ਇੱਥੇ ਕਿਹਾ ਜਾਂਦਾ ਕਿ ਜਿਹੜੇ ਲੋਕ ਨਹੀਂ ਇਹ ਚੀਜ਼ਾਂ ਖਾਂਦੇ, ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ 'ਚ ਕਿਸੇ ਤੱਤ ਦੀ ਜਿਹੜੀ ਕਮੀ ਰਹਿ ਜਾਂਦੀ ਆ। ਉਹ ਵਾਕਿਆ ਹੀ ਸਹੀ ਗੱਲ ਆ, ਜਾਂ ਇੱਕ ਮਿੱਥ ਆ, ਜਾਂ ਇਹਦਾ ਜੇ ਉਹ ਚੀਜ਼ ਨੂੰ ਸਬਸਟੀਟਿਊਟ ਕਰਨਾ, ਉਹਨੂੰ ਪੂਰਾ ਕਰਨਾ, ਤਾਂ ਕਿਹੜੀ ਡਾਈਟ ਹੋ ਸਕਦੀ ਹੈ? ਕੱਲ੍ਹ ਇਸ ਵਿਸ਼ੇ ਦੇ ਉੱਤੇ ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਨਵੇਂ ਵਿਸ਼ੇ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।